ਵਿਰਸਾ ਸਿੱਖ ਵਿਰਸਾ ਜਾਨ ਹੈ ਸਾਡੀ, ਇਸ ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई नाहु ना जाने मेरा। आद गुरु है ना मैं, जुगाद गुरु है ना मैं, वो सतगुरु है ना मैं, श्री गुरुदेव ना मैं। FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ 10 ਸਾਵਣ ਸੰਮਤ 553 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 25 ਜੁਲਾਈ 2021 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। सुरसरी सलला कृप बार नीरे
ਸ੍ਰੀ ਸਲਲਾ ਕਿਰਪਾਲ ਵੀਰੇ ਸੰਤ ਜਨ ਕਰਤ ਨਹੀਂ ਪਾਰ ਸੰਤ ਜਨ ਕਰਤ ਨਹੀਂ ਪਾਰ ਸੁਰਾ ਅਪਵਿੱਤਰ ਨਰ ਅਵਰ ਜਲ ਰੇ ਸੁਰਾ ਅਪਵਿੱਤਰ ਨਦ ਅਵਰ ਜਲ ਰੇ ਸੁਰ ਸੁਰੀ ਮਿਲਤ ਨਹਿ ਹੋਏ ਆਨੰਦ 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 ਨਾ ਕਰ ਜਾਣਾ ਮੇਰੀ ਜਾਤ ਵਿਖਿਆਤ ਸਮਾਰਨ ਨਾ ਕਰ ਜਾਣਾ ਮੇਰੀ ਜਾਤ ਵਿਖਿਆਤ ਸਮਾਰਨ ਨਾ ਕਰ ਜਾਣਾ ਮੇਰੀ ਜਾਤ ਵਿਖਿਆਤ ਸਮਾਰਨ ਹਿਰਦੈ ਰਾਮ ਗੋਬਿੰਦ ਗੁਣ ਸਾਰਨ ਰਾਮ ਗੋਬਿੰਦ ਗੁਣ ਸਾਰਨ ਹਿਰਦੈ ਰਾਮ ਗੋਬਿੰਦ ਗੁਣ ਸਾਰਨ ਨਾ ਕਰ ਜਾਣਾ ਤੇਰੀ ਜਾਤ ਵਿਖਿਆਤ ਸਮਾਰਨ ਨਾਗਰ ਜਾਣਾ ਮੇਰੀ ਜਾਤ ਵਿਖਿਆਤ ਸਮਾਰਨ ਹਰ ਤਾਰ ਅਪਵਿੱਤਰ ਕਰ ਮਾਰੀਐ ਰੇ ਹਰ ਤਾਰ ਅਪਵਿੱਤਰ ਕਰ ਆਨੀਐ ਰੇ ਜਸ ਕਾਗਰਾ ਕਰਤ ਵਿਚਾਰ ਜਸ ਕਾਗਰਾ ਕਰਤ ਵਿਚਾਰ ਭਗਤ ਭਾਗਵਤ ਲਿਖੀਏ ਤਹਿ ਉਪਰੇ ਭਗਤ ਭਾਗਵਤ ਲਿਖੀਏ ਤਹਿ ਉਪਰੇ ਪੂਜੀਏ ਕਾਰ ਨਮਸਕਾਰ ਪੂਜੀਏ ਕਾਰ ਨਮਸਕਾਰ
ਵਿਖਿਆਤ ਸਮਾਰਾਂ। ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਵਾਹਿਗੁਰੂ ਸਾਹਿਬ ਜੀ। ਸਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸ਼ਹ ਪ੍ਰਭ ਸਿਮਰ ਨਾਨਕ ਨਹ ਦੂਰਣ ਹੈ। ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸ਼ਹ ਪ੍ਰਭ ਸਿਮਰ ਨਾਨਕ ਨਹ ਦੂਰਣ ਹੈ। ਹਬ ਰੰਗ ਮਾਣਹਿ ਜਿਸ ਸੰਗ ਤੈਸਿਓ ਲਾਈਐ ਨੇਹੋ। ਸੋ ਸਹ ਬਿੰਦ ਨਾ ਬਿਸਰੋ ਨਾਨਕ ਜਿਨ ਸੁੰਦਰ ਰਚਿਆ ਦੇਹੋ। ਪੌੜੀ ਜੀਉ ਪ੍ਰਾਨ ਤਨ ਧਨ ਦੀਆ ਦੀਨੇ ਰਸ ਭੋਗ। ਗ੍ਰਹਿ ਮੰਦਰ ਰਥ ਆਸ ਦੀਏ ਰਾਜ ਭਲੇ ਸੰਜੋਗ। ਸੁਤ ਬਨਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਮਹੁ ਬਿਨ ਸੇ ਸਭ ਰੋਗ। ਹਰ ਸਿਮਰਤ ਤਨ ਮਨ ਹਰਿਆ ਲਹਿ ਜਾਹੇ ਵਿਜੋਗ। ਸਾਧ ਸੰਗ ਹਰ ਗੁਣ ਰਮਹੁ ਬਿਨ ਸੇ ਸਭ ਰੋਗ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਨ ਇੱਛਾ ਦਾਨ ਕਰਨੰ ਸਰਬਤਰ ਆਸਾ ਪੂਰਨ ਹੈ। ਖੰਡਨੰ ਕਲ ਕਲੇਸ਼ਹ ਪ੍ਰਭ ਸਿਮਰ ਨਾਨਕ ਨਹ ਦੂਰਣ ਹੈ। ਰਾਗ ਜੈਤ ਸ੍ਰੀ ਕੀ ਵਾਰ ਪੌੜੀ ਤੀਜੀ ਸਲੋਕਾਂ ਨਾਲ। ਹੁਣੇ ਅਸੀਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕੀਤੀ ਹੈ। ਆਓ ਇਸ ਹੁਕਮਨਾਮੇ ਦੀ ਪੰਜਾਬੀ ਵਿਆਖਿਆ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ, ਜਿਹੜੀ ਕਿ ਅਸੀਂ ਧੰਨਵਾਦ ਸਹਿਤ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸ਼ਲੋਕ, ਹੇ ਨਾਨਕ, ਜੋ ਪ੍ਰਭੂ ਸਾਨੂੰ ਮਨ ਮੰਨੀਆਂ
ਦਾਤਾਂ ਦਿੰਦਾ ਹੈ, ਜੋ ਸਭ ਥਾਂ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾ ਹੈ, ਜੋ ਸਾਡੇ ਝਗੜੇ ਤੇ ਕਲੇਸ਼ ਨਾਸ ਕਰਨ ਵਾਲਾ ਹੈ, ਉਸ ਨੂੰ ਯਾਦ ਕਰ। ਉਹ ਤੈਥੋਂ ਦੂਰ ਨਹੀਂ ਹੈ, ਹੇ ਨਾਨਕ। ਜਿਸ ਪ੍ਰਭੂ ਦੀ ਬਰਕਤ ਦੇ ਨਾਲ ਤੂੰ ਸਾਰੀਆਂ ਮੌਜਾਂ ਮਾਣਦਾ ਹੈ, ਉਸ ਨਾਲ ਪ੍ਰੀਤ ਜੋੜ। ਜਿਸ ਪ੍ਰਭੂ ਨੇ ਤੇਰਾ ਸੋਹਣਾ ਸਰੀਰ ਬਣਾਇਆ ਹੈ, ਰੱਬ ਕਰਕੇ ਉਹ ਤੈਨੂੰ ਕਦੇ ਵੀ ਨਾ ਭੁੱਲੇ। ਪ੍ਰਭੂ ਨੇ ਤੈਨੂੰ ਜਿੰਦ, ਪ੍ਰਾਣ, ਸਰੀਰ ਤੇ ਧਨ ਦਿੱਤਾ ਤੇ ਸੁਆਦਲੇ ਪਦਾਰਥ ਭੋਗਣ ਨੂੰ ਦਿੱਤੇ। ਤੇਰੇ ਚੰਗੇ ਭਾਗ ਬਣਾ ਕੇ ਤੈਨੂੰ ਉਸਨੇ ਸੋਹਣੇ ਮਕਾਨ, ਰੱਥ ਤੇ ਘੋੜੇ ਦਿੱਤੇ। ਸਭ ਕੁਝ ਦੇਣ ਜੋਗੇ ਪ੍ਰਭੂ ਨੇ ਤੈਨੂੰ ਪੁੱਤਰ, ਵਹੁਟੀ, ਮਿੱਤਰ ਤੇ ਨੌਕਰ ਵੀ ਦਿੱਤੇ। ਉਸ ਪ੍ਰਭੂ ਨੂੰ ਸਿਮਰਿਆ ਮਨ ਤਨ ਖਿੜਿਆ ਰਹਿੰਦਾ ਹੈ, ਸਾਰੇ ਦੁੱਖ ਮਿਟ ਜਾਂਦੇ ਨੇ। ਹੇ ਭਾਈ, ਸਤ ਸੰਗ ਦੇ ਵਿੱਚ ਉਸ ਹਰੀ ਦੇ ਗੁਣ ਚੇਤੇ ਕਰਿਆ ਕਰੋ, ਸਾਰੇ ਰੋਗ ਉਸ ਨੂੰ ਸਿਮਰਿਆ ਨਾਸ ਹੋ ਜਾਂਦੇ ਨੇ। ਇਹ ਸੀ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਤੇ ਆਓ ਇੱਕ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟ੍ਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਵਾਹਿਗੁਰੂ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਨਿਮਾਣਿਓ ਕੇ ਮਾਣ ਗੁਰੂ, ਨਿਤਾਣਿਓ ਕੇ ਤਾਣ ਗੁਰੂ। ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸ। ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਨੰਦ ਗੁਣ ਨਿਧਾਨ, ਗੁਰੂ ਗਰੀਬ ਨਿਵਾਰ, ਗਰੀਬ ਨਿਵਾਰ, ਗਰੀਬ ਨਿਵਾਰ। ਬਬੀਹਾ ਬੇਨਤੀ ਕਰੇ, ਬਬੀਹਾ ਬੇਨਤੀ ਕਰੇ, ਬਬੀਹਾ ਬੇਨਤੀ ਕਰੇ। ਬਾਬੀਹਾ ਬੇਨਤੀ ਕਰੇ, ਕਰ ਕਿਰਪਾ ਦੇਹੋ ਜੀਅਦਾਨ। ਕਰ ਕਿਰਪਾ ਦੇਹੋ ਜੀਅਦਾਨ। ਬਾਬੀਹਾ ਬੇਨਤੀ ਕਰੇ, ਬਾਬੀਹਾ ਬੇਨਤੀ ਕਰੇ। ਬੇਨਤੀ ਕਰੇ, ਬੇਨਤੀ ਕਰੇ। ਬਾਬੀਹਾ ਬੇਨਤੀ ਕਰੇ, ਬਾਬੀਹਾ ਬੇਨਤੀ ਕਰੇ। ਕਰ ਕਿਰਪਾ ਦੇਹੋ ਜੀਅਦਾਨ।
ਪਾਪੀਹਾ ਬੇਨਤੀ ਕਰੇ, ਪਾਪੀਹਾ ਬੇਨਤੀ ਕਰੇ। ਜਲ ਬਿਨ ਪਿਆਸ ਨਾ ਉਤਰੇ, ਜਲ ਬਿਨ ਪਿਆਸ ਨਾ, ਜਲ ਬਿਨ ਪਿਆਸ ਨਾ ਉਤਰੇ, ਜਲ ਬਿਨ ਪਿਆਸ ਨਾ ਉਤਰੇ, ਛੁਟਕ ਜਾਹੇ ਮੇਰੇ ਪ੍ਰਾਨ, ਛੁਟਕ ਜਾਹੇ ਮੇਰੇ ਪ੍ਰਾਨ, ਛੁਟਕ ਜਾਹੇ ਮੇਰੇ ਪ੍ਰਾਨ, ਪਾਪੀਹਾ ਬੇਨਤੀ ਕਰੇ, ਪਾਪੀਹਾ ਬੇਨਤੀ ਕਰੇ, ਕਰ ਕਿਰਪਾ ਦੇਹੋ ਜੀਅਦਾਨ, ਕਰ ਕਿਰਪਾ ਦੇਹੋ ਜੀਅਦਾਨ, ਪਾਪੀਹਾ ਬੇਨਤੀ ਕਰੇ, ਪਾਪੀਹਾ ਬੇਨਤੀ ਕਰੇ। ਤੂੰ ਸੁਖ ਦਾਤਾ ਬੇਅੰਤ ਹੈ, ਸੁਖ ਦਾਤਾ ਬੇਅੰਤ ਹੈ, ਤੂੰ ਸੁਖ ਦਾਤਾ ਬੇਅੰਤ ਹੈ, ਗੁਣ ਦਾਤਾ ਨਿਧਾਨ, ਗੁਣ ਦਾਤਾ ਨਿਧਾਨ, ਨਾਨਕ ਗੁਰਮੁਖ ਬਖਸ਼ ਲਏ, ਨਾਨਕ ਗੁਰਮੁਖ ਬਖਸ਼ ਲਏ, ਅੰਤ ਵੇਲੇ ਹੋਏ ਭਗਵਾਨ, ਅੰਤ ਵੇਲੇ ਹੋਏ ਭਗਵਾਨ, ਅੰਤ ਵੇਲੇ ਹੋਏ ਭਗਵਾਨ, ਪਾਪੀਹਾ ਬੇਨਤੀ ਕਰੇ, ਪਾਪੀਹਾ ਬੇਨਤੀ ਕਰੇ, ਕਰ ਕਿਰਪਾ ਦੇਹੋ ਜੀਅਦਾਨ, ਕਰ ਕਿਰਪਾ ਦੇਹੋ ਜੀਅਦਾਨ, ਪਾਪੀਹਾ ਬੇਨਤੀ ਕਰੇ, ਪਾਪੀਹਾ ਬੇਨਤੀ ਕਰੇ, ਕਰ ਕਿਰਪਾ ਦੇਹੋ ਜੀਅਦਾਨ, ਕਰ ਕਿਰਪਾ ਦੇਹੋ ਜੀਅਦਾਨ, ਪਾਪੀਹਾ ਬੇਨਤੀ ਕਰੇ, ਪਾਪੀਹਾ ਬੇਨਤੀ, ਪਾਪੀਹਾ ਬੇਨਤੀ, ਪਾਪੀਹਾ ਬੇਨਤੀ ਕਰੇ।
ਹਾਂਜੀ, ਇਹ ਸਨ ਭਾਈ ਕਨਵਲਦੀਪ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸਲੋਕ: He grants our heart's desires and fulfills all our hopes. He destroys pain and suffering. Remember God in meditation, O Nanak. He is not far away. Love him with whom you enjoy all pleasures. Do not forget that Lord even for an instant. O Nanak, he fashioned this beautiful body, Pauri. He gave you your soul, breath of life, body and wealth. He gave you pleasures to enjoy. He gave you households, mansions, chariots, and horses. He ordained your good destiny. He gave you your children, spouse, friends, and servants. God is the all-powerful great giver. Meditating in a remembrance on the Lord, the body and mind are rejuvenated and sorrow departs. In the Sad Sangat, the company of the holy, chant the praises of the Lord, and all your sickness shall vanish. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਸਾਵਨ ਆਇਆ ਹੈ ਸਖੀ, ਜਿਸ ਨੂੰ ਗਾਇਨ ਕੀਤਾ ਹੈ ਭਾਈ ਸੁਖਜਿੰਦਰ ਸਿੰਘ ਜੀ ਨੇ। ਸਾਵਣ ਆਇਆ ਏ ਸਖੀ, ਸਾਵਣ ਆਇਆ ਏ ਸਖੀ, ਸਾਵਣ ਆਇਆ ਏ ਸਖੀ, ਸਾਵਣ ਆਇਆ ਜਲ ਹਰ ਬਰਸਨ ਹਾਰ, ਜਲ ਹਰ ਬਰਸਨ ਹਾਰ, ਸਾਵਣ ਆਇਆ ਏ ਸਖੀ, ਸਾਵਣ ਆਇਆ ਏ ਸਖੀ। ਨਾਨਕ ਸੁਖ ਸਵਨ ਸੁਹਾਗਣੀ, ਨਾਨਕ ਸੁਖ ਸਵਨ ਸੁਹਾਗਣੀ, ਜਿਨ ਸੇ ਨਾਲ ਪਿਆਰ। ਜਿਨ ਸੇ ਨਾਲ ਪਿਆਰ, ਜਿਨ ਸੇ ਨਾਲ ਪਿਆਰ, ਜਿਨ ਸੇ ਨਾਲ ਪਿਆਰ, ਸਾਵਣ ਆਇਆ ਏ ਸਖੀ, ਸਾਵਣ ਆਇਆ ਏ ਸਖੀ, ਸਾਵਣ ਆਇਆ ਏ ਸਖੀ, ਸਾਵਣ ਆਇਆ ਏ ਸਖੀ। ਜਲ ਹਰ ਬਰਸਨ ਹਾਰ, ਜਲ ਹਰ ਬਰਸਨ
ਹਾਰ ਸਾਵਣ ਆਇਆ ਸਖੀ ਸਾਵਣ ਆਇਆ ਮੇਰੇ ਸਖੀ ਸਾਵਣ ਆਇਆ ਹੇ ਸਖੀ ਸਾਵਣ ਸਾਵਣ ਆਇਆ ਹੇ ਸਖੀ ਸਾਵਣ ਸਾਵਣ ਆਇਆ ਹੇ ਸਖੀ ਸਾਵਣ ਆਇਆ ਹੇ ਸਖੀ ਕੰਤੇ ਚੇਤ ਕਰੇ ਕੰਤੇ ਚੇਤ ਕਰੇ ਨਾਨਕ ਚੂਰ ਮਹਿ ਦੁਆਗਣੀ ਨਾਨਕ ਚੂਰ ਮਹਿ ਦੁਆਗਣੀ ਜਿਨੇ ਅਵਰੀ ਲਾਗਾ ਨੇ ਜਿਨ ਅਵਰੀ ਲਾਗਾ ਨੇ ਜਿਨ ਅਵਰੀ ਲਾਗਾ ਨੇ ਜਿਨ ਅਵਰੀ ਲਾਗਾ ਨੇ ਸਾਵਣ ਆਇਆ ਸਖੀ ਸਾਵਣ ਆਇਆ ਸਖੀ ਸਾਵਣ ਆਇਆ ਸਖੀ ਜਲ ਹਰ ਬਰਸਨ ਹਾਰ ਜਲ ਹਰ ਬਰਸਨ ਹਾਰ ਸਾਵਣ ਆਇਆ ਸਖੀ ਸਾਵਣ ਆਇਆ ਸਾਵਣ ਆਇਆ ਸਾਵਣ ਆਇਆ ਹਾਂਜੀ ਹੁਣੇ ਅਸੀਂ ਇਹ ਸ਼ਬਦ ਸਰਵਣ ਕੀਤਾ ਸਾਵਣ ਆਇਆ ਹੇ ਸਖੀ, ਜਿਸ ਨੂੰ ਗਾਇਨ ਕੀਤਾ ਸੀ ਭਾਈ ਸੁਖਜਿੰਦਰ ਸਿੰਘ ਜੀ ਤੇ ਉਹਨਾਂ ਦੇ ਜਥੇ ਨੇ। ਆਪ ਜੀ ਸੁਣ ਰਹੇ ਹੋ ਸਿੱਖ ਵਿਰਸਾ ਪ੍ਰੋਗਰਾਮ 97.3 FM ਤੇ ਕੋਹਿਨੂਰ ਰੇਡੀਓ ਤੋਂ, ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਭਗਤ ਰਾਮਾਨੰਦ ਜੀ ਦੇ ਜੀਵਨ ਅਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਜਿਹੜੀਆਂ ਵਿਚਾਰਾਂ ਨੇ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਸੰਤ ਸੇਵਾ ਸਿੰਘ ਜੀ ਗੁਰਦੁਆਰਾ ਰਾਮਪੁਰ ਖੇੜਾ ਵਾਲਿਆਂ ਦੀਆਂ ਲਿਖੀਆਂ ਹੋਈਆਂ, ਤੇ ਜਿਹੜਾ ਜੀਵਨ ਬਿਉਰਾ ਉਹਨਾਂ ਨੇ ਭਗਤ ਰਾਮਾਨੰਦ ਜੀ ਦਾ ਦਿੱਤਾ ਹੈ, ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਆਪ ਜੀ ਦਾ ਜਿਹੜਾ ਸ਼ੁਰੂ ਦਾ ਨਾਮ ਸ੍ਰੀ ਰਾਮਾ ਦੱਤ ਸੀ, ਤੇ ਪ੍ਰਸਿੱਧ ਨਾਮ ਜਿਹੜਾ ਕਿ ਬਾਅਦ ਦੇ ਵਿੱਚ ਉਹਨਾਂ ਨੂੰ ਮਿਲਿਆ ਉਹ ਸੀ ਸ੍ਰੀ ਰਾਮਾਨੰਦ ਜੀ। ਤੇ ਉਹਨਾਂ ਦਾ ਜਨਮ 1366 ਈਸਵੀ ਦੇ ਵਿੱਚ ਹੋਇਆ ਮੰਨਿਆ ਜਾਂਦਾ ਹੈ। ਪਿਤਾ ਜੀ ਦਾ ਨਾਮ ਸ੍ਰੀ ਭੂਰ
ਕਰਮਾ ਜੀ ਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਸੁਸ਼ੀਲ ਜੀ ਤੇ ਉਹਨਾਂ ਦਾ ਜਨਮ ਸਥਾਨ ਉੱਤਰ ਪ੍ਰਦੇਸ਼ ਦੇ ਵਿੱਚ ਕਾਂਸ਼ੀ ਦੇ ਵਿੱਚ ਹੋਇਆ ਤੇ ਉਹਨਾਂ ਨੇ ਦੀਖਿਆ ਗੁਰੂ ਦੀਖਿਆ ਸ੍ਰੀ ਰਾਘਵਾਨੰਦ ਜੀ ਤੋਂ ਲਈ। ਉਹਨਾਂ ਦੀ ਪਤਨੀ ਦੇ ਨਾਮ ਬਾਰੇ ਜਾਣਕਾਰੀ ਉਪਲਬਧ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਜੀ ਦਾ ਇੱਕ ਸ਼ਬਦ ਅੰਗ 1195 ਤੇ ਰਾਗ ਬਸੰਤ ਦੇ ਵਿੱਚ ਦਰਜ ਹੈ ਤੇ ਭਗਤ ਰਾਮਾਨੰਦ ਜੀ ਦੀਆਂ ਰਚਨਾਵਾਂ ਨੇ ਸ੍ਰੀ ਰਾਮਾ ਚਰਨ ਪद्धਤੀ, ਸ੍ਰੀ ਵੈਸ਼ਨਵ ਮਤਾ ਭੁਜ ਭਾਸਕਰ ਤੇ ਆਪ ਜੀ ਨੇ ਜਿਨ੍ਹਾਂ ਨੂੰ ਗੁਰੂ ਦੀਕਸ਼ਾ ਦੇ ਕੇ ਆਪਣੇ ਸ਼ਿਸ਼ ਬਣਾਇਆ, ਉਹਨਾਂ ਦੇ ਵਿੱਚ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ ਦੇ ਨਾਮ ਸ਼ਾਮਲ ਨੇ ਤੇ 1467 ਈਸਵੀ ਦੇ ਵਿੱਚ ਪੰਜਾਂਗ ਘਾਟ ਕਾਂਸ਼ੀ ਦੇ ਵਿੱਚ ਆਪ ਜੀ ਨੇ 101 ਸਾਲ ਦੀ ਉਮਰ ਦੇ ਵਿੱਚ ਸਰੀਰ ਛੱਡਿਆ ਤੇ ਪ੍ਰਭੂ ਭਗਤੀ ਦੀ ਲਹਿਰ ਨੂੰ ਚਾਰੇ ਚੱਕਾਂ ਦੇ ਵਿੱਚ ਪ੍ਰਚੰਡ ਆਪ ਜੀ ਨੇ ਕੀਤਾ, ਸਭ ਨੂੰ ਬਰਾਬਰ ਦਾ ਉਪਦੇਸ਼ ਦਿੱਤਾ ਤੇ ਆਪ ਦਾ ਮੁੱਖ ਉਪਦੇਸ਼ ਹੈ ਪਰਮਾਤਮਾ ਕਿਸੇ ਖਾਸ ਥਾਂ ਤੇ ਨਹੀਂ ਹੈ, ਉਹ ਸਰਵ ਵਿਆਪੀ ਹੈ। ਗੁਰੂ ਦੀ ਮਿਹਰ ਹੋ ਜਾਵੇ ਤਾਂ ਪ੍ਰਭੂ ਮਨ ਦੇ ਵਿੱਚੋਂ ਹੀ ਪ੍ਰਗਟ ਹੋ ਜਾਂਦਾ ਹੈ। ਸੋ ਇਹ ਸੀ ਉਹਨਾਂ ਦਾ ਜੀਵਨ ਬਿਉਰਾ ਸੰਖੇਪ ਦੇ ਵਿੱਚ। ਆਓ ਇੱਕ ਹੋਰ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਭਗਤ ਰਾਮਾਨੰਦ ਜੀ ਦੇ ਜੀਵਨ ਤੇ ਉਹਨਾਂ ਦੀ ਗੁਰਬਾਣੀ ਦੇ ਵਿੱਚ ਜਿਹੜਾ ਉਹਨਾਂ ਦਾ ਸ਼ਬਦ ਹੈ ਉਹਦੇ ਬਾਰੇ ਕੁਝ ਵਿਚਾਰਾਂ ਜਿਹੜੀਆਂ ਨੇ ਉਹ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। हे गोविंद हे गोपाल हे गोविंद हे गोपाल हे गोविंद हे गोपाल हे गोविंद हे गोपाल गोविंद गोपाल हे गोविंद गोपाल हे दयाल हे दयाल लाल हे गोविंद गोपाल हे गोविंद गोपाल हे दयाल लाल हे दयाल लाल हे गोविंद
ਨਾਨਕ ਪਾਰ ਉਤਾਰ, ਨਾਨਕ ਪਾਰ ਉਤਾਰ, ਹੇ ਗੋਬਿੰਦ ਹੇ ਗੋਪਾਲ, ਹੇ ਗੋਬਿੰਦ ਹੇ ਗੋਪਾਲ, ਹੇ ਦਇਆਲ ਲਾਲ, ਹੇ ਦਇਆਲ ਲਾਲ, ਹੇ ਗੋਬਿੰਦ ਹੇ ਗੋਪਾਲ, ਹੇ ਗੋਬਿੰਦ ਹੇ ਗੋਬਿੰਦ ਹੇ ਗੋਬਿੰਦ ਗੋਪਾਲ ਗੋਪਾਲ। ਹੇ ਗੋਬਿੰਦ ਹੇ ਗੋਪਾਲ। ਇਹ ਆਵਾਜ਼ ਸੀ ਭਾਈ ਜੁਝਾਰ ਸਿੰਘ ਜੀ ਤੇ ਉਹਨਾਂ ਦੇ ਜਥੇ ਦੀ। ਤੇ ਆਓ ਚੱਲਦੇ ਹਾਂ ਭਗਤ ਰਾਮਾਨੰਦ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਸ਼ਬਦ ਆਪ ਜੀ ਦੇ ਨਾਲ ਸਾਂਝੇ ਕਰਦੇ ਹਾਂ। ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਲਿਖਦੇ ਨੇ ਕਿ ਭਗਤ ਰਾਮਾਨੰਦ ਜੀ ਦਾ ਜਨਮ ਕਾਂਸ਼ੀ ਉੱਤਰ ਪ੍ਰਦੇਸ਼ ਦੇ ਵਿੱਚ ਪਿਤਾ ਭੂਰ ਕਰਮਾ ਜੀ ਤੇ ਗ੍ਰਹਿ ਵਿਖੇ ਮਾਤਾ ਸੁਸ਼ੀਲ ਜੀ ਦੀ ਕੁੱਖੋਂ 1366 ਈਸਵੀ ਨੂੰ ਹੋਇਆ ਤੇ ਕਈ ਖੋਜੀ ਆਪ ਦਾ ਜਨਮ ਇਲਾਹਾਬਾਦ ਪ੍ਰਯਾਗ ਦਾ ਵੀ ਮੰਨਦੇ ਨੇ। ਆਪ ਜੀ ਦੇ ਮਾਤਾ ਪਿਤਾ ਜੀ ਨੇ ਆਪ ਜੀ ਦਾ ਨਾਮ ਜਿਹੜਾ ਸੀ ਉਹ ਰਾਮ ਦੱਤ ਰੱਖਿਆ। ਆਪ ਬਚਪਨ ਤੋਂ ਹੀ ਧਾਰਮਿਕ ਸੰਸਕਾਰਾਂ ਦੇ ਧਾਰਨੀ ਸਨ। ਆਪ ਜੀ ਦੇ ਮਾਤਾ ਪਿਤਾ ਨੇ ਆਪ ਨੂੰ ਉਚੇਰੀ ਵਿੱਦਿਆ ਦਿਵਾਉਣ ਦੇ ਲਈ ਇੱਕ ਵਿਦਵਾਨ ਮਹਾਂਪੁਰਖ ਦੇ ਪਾਸ ਭੇਜਿਆ। ਆਪ ਜੀ ਨੇ ਆਪਣੀ ਤੀਖਣ ਬੁੱਧੀ ਸਦਕਾ 14-15 ਸਾਲ ਦੀ ਉਮਰ ਵਿੱਚ ਹੀ ਵਿਆਕਰਨ, ਪੁਰਾਣਾਂ, ਸ਼ਾਸਤਰਾਂ ਤੇ ਹੋਰ ਸੰਸਕ੍ਰਿਤ ਧਰਮ ਗ੍ਰੰਥਾਂ ਦਾ ਅਧਿਐਨ ਪੂਰਾ ਕਰ ਲਿਆ। ਆਪ ਜੀ ਇੱਕ ਦਿਨ ਇੱਕ ਬਾਗ ਦੇ ਵਿੱਚ ਆਪਣੇ ਵਿੱਦਿਆ ਦਾਤੇ ਗੁਰੂ ਦੇ ਨਾਲ ਸੈਰ ਕਰ ਰਹੇ ਸੀ। ਸਵਾਮੀ ਰਾਘਵਾਨੰਦ ਜੀ ਵੀ ਉਸ ਬਾਗ ਦੇ ਵਿੱਚ ਮੰਡਲੀ ਸਮੇਤ ਬਿਰਾਜੇ ਹੋਏ ਸਨ। ਆਪ ਜੀ ਨੇ ਸਵਾਮੀ ਰਾਘਵਾਨੰਦ ਜੀ ਨੂੰ ਜਾ ਕੇ ਨਮਸਕਾਰ ਕੀਤੀ। ਸਵਾਮੀ ਰਾਘਵਾਨੰਦ ਜੀ ਨੇ ਆਪ ਜੀ ਦੇ ਪੂਰਵਲੇ ਅਧਿਆਤਮਕ ਸੰਸਕਾਰਾਂ ਨੂੰ ਚੰਗੀ ਤਰ੍ਹਾਂ ਜਾਣ ਲਿਆ। ਸਵਾਮੀ ਰਾਘਵਾਨੰਦ ਜੀ ਨੇ ਜਿੱਥੇ ਆਪ ਵੱਲ ਕਾਫੀ ਸਮਾਂ ਦ੍ਰਿਸ਼ਟੀ ਭਰ ਕੇ ਵੇਖਿਆ, ਉੱਥੇ ਆਪਸੀ ਬਚਨ ਵਿਲਾਸ ਵੀ ਕੀਤੇ। ਭਗਤ ਰਾਮਾਨੰਦ ਜੀ ਦੇ ਵਿੱਦਿਆ ਦਾਤਾ ਵੀ ਰਾਮਾਨੁਜ ਦੀ ਚਲਾਈ ਸੰਪਰਦਾ ਦੇ ਮੁਖੀ ਰਾਘਵਾਨੰਦ ਜੀ ਦੀ ਸ਼ਖਸੀਅਤ ਤੋਂ ਕਾਫੀ ਪ੍ਰਭਾਵਿਤ ਹੋਏ, ਜਿਸ ਕਾਰਨ ਆਪ ਜੀ ਨੇ ਸਵਾਮੀ ਰਾਘਵਾਨੰਦ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਗੁਰੂ ਧਾਰਨ ਕਰਨ ਉਪਰੰਤ ਸਵਾਮੀ ਰਾਘਵਾਨੰਦ ਜੀ ਨੇ ਆਪ ਜੀ ਦਾ ਨਾਮ ਰਾਮਦੱਤ ਤੋਂ ਬਦਲ ਕੇ ਰਾਮਾਨੰਦ ਰੱਖ ਦਿੱਤਾ। ਭਗਤ ਰਾਮਾਨੰਦ ਜੀ ਕਾਫੀ ਸਮਾਂ ਸਵਾਮੀ ਰਾਘਵਾਨੰਦ ਜੀ ਦੇ ਡੇਰੇ ਵਿੱਚ ਰਹੇ ਤੇ ਉਹਨਾਂ ਦੀ ਸੰਗਤ ਦਾ ਆਨੰਦ ਮਾਣਿਆ। ਆਪ ਜੀ ਨੇ ਯੋਗਾ ਅਭਿਆਸ ਵਿੱਚ ਵੀ ਨਿਪੁੰਨਤਾ ਪ੍ਰਾਪਤ ਕੀਤੀ। ਆਪ ਜੀ ਨੇ ਆਪਣੇ ਗੁਰਦੇਵ ਸਵਾਮੀ ਰਾਘਵਾਨੰਦ ਜੀ ਪਾਸੋਂ ਇਜਾਜ਼ਤ ਲੈ ਕੇ ਤੀਰਥ ਯਾਤਰਾ ਵਾਸਤੇ ਤਿਆਰੀ ਕੀਤੀ। ਆਪ ਜੀ ਨੂੰ ਪਹਿਲਾਂ ਬਦਰਿਕਾਸ਼ਰਮ ਬਦਰੀਨਾਥ ਆਪ ਪਹੁੰਚੇ। ਉੱਥੇ ਕੁਝ ਸਮਾਂ ਟਿਕ ਕੇ ਧਰਮ ਅਸਥਾਨਾਂ ਦੇ ਦਰਸ਼ਨ ਤੇ ਯਾਤਰਾ ਕਰਕੇ ਮੁੜ ਕਾਸ਼ੀ ਵਾਪਸ ਆ ਗਏ। ਉਸ ਸਮੇਂ ਮੁਸਲਮਾਨੀ ਮਤ ਦੇ ਵੀ ਭਾਰਤ ਦੇ ਵਿੱਚ ਨਵਾਂ ਪ੍ਰਚਲਿਤ ਹੋਇਆ ਸੀ। ਆਪ ਜੀ ਹਰ ਧਰਮ ਤੇ ਹਰ ਫਿਰਕੇ ਦੇ ਮਹਾਤਮਾ ਨੂੰ ਮਿਲ ਕੇ ਉਸ ਨਾਲ ਧਰਮ ਚਰਚਾ ਕਰਕੇ ਸ਼ੁਭ ਗੁਣਾਂ ਦਾ ਆਦਾਨ ਪ੍ਰਦਾਨ ਕਰਦੇ ਸਨ। ਆਪ ਜੀ ਦੇ ਜੀਵਨ ਦੇ ਵਿੱਚ ਬਹੁਤ ਵਿਸ਼ਾਲਤਾ ਆ ਗਈ ਸੀ। ਆਪ ਜੀ ਅਖੌਤੀ, ਛੂਆ ਛਾਤ ਅਤੇ ਧਰਮ ਕੱਟੜਤਾ ਦੇ ਵਿਰੁੱਧ ਸਨ। ਇਸੇ ਕਰਕੇ ਹੀ ਆਪ ਜੀ ਨੇ ਉਹਨਾਂ ਮਹਾਨ ਆਤਮਾਵਾਂ ਨੂੰ, ਜਿਨ੍ਹਾਂ ਨੇ ਅਖੌਤੀ ਨੀਵੀਂ ਜਾਤ ਦੇ ਵਿੱਚ ਜਨਮ ਲਿਆ ਸੀ, ਜਿਵੇਂ ਕਿ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਸੈਣ ਜੀ ਨੂੰ ਗੁਰੂ ਦੀਖਿਆ ਬਖਸ਼ਿਸ਼ ਕਰਕੇ ਸੱਚ ਧਰਮ ਦੀ ਕਮਾਈ ਅਤੇ ਉਪਦੇਸ਼ ਕਰਨ ਲਈ ਪ੍ਰੇਰਨਾ ਦਿੱਤੀ।
ਜਿਸ ਸਦਕਾ ਇਹਨਾਂ ਮਹਾਨ ਭਗਤ ਜਨਾਂ ਨੇ ਪ੍ਰਭੂ ਪ੍ਰਾਪਤੀ ਲਈ ਆਪ ਕਮਾਈ ਕਰਕੇ ਸੱਚ ਦਾ ਹੋਕਾ ਸਾਰੇ ਭਾਰਤ ਦੇ ਵਿੱਚ ਦਿੱਤਾ, ਜਿਸ ਦੇ ਸਦਕਾ ਭਗਤੀ ਲਹਿਰ ਨੂੰ ਬਹੁਤ ਹੀ ਬਲ ਮਿਲਿਆ। ਸਵਾਮੀ ਰਾਮਾਨੰਦ ਜੀ ਤੋਂ ਪਹਿਲਾਂ ਭਾਰਤ ਵਰਸ਼ ਦੇ ਵਿੱਚ 3 ਕਿਸਮ ਦੇ ਅਧਿਆਤਮਕ ਸਾਧਨ ਪ੍ਰਚਲਿਤ ਸਨ, ਜਿਨ੍ਹਾਂ ਨੂੰ ਕਰਕੇ ਲੋਕ ਮਨ ਦੀ ਸੰਤੁਸ਼ਟਾ ਭਾਲਦੇ ਸਨ। ਉਹ ਸਨ ਕਰਮ ਕਾਂਡ, ਗਿਆਨ ਮਾਰਗ ਤੇ ਯੋਗ ਦਰਸ਼ਨ। ਪਹਿਲਾ, ਕਰਮ ਕਾਂਡ। ਅਨੇਕਾਂ ਕਿਸਮ ਦੇ ਜਗ ਕਰਨੇ, ਵੱਖ-ਵੱਖ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਵਾਸਤੇ ਆਹੂਤੀਆਂ ਦੇਣੀਆਂ, ਮੰਤਰਾਂ ਦੇ ਜਪ ਕਰਨੇ, ਧੂਪ ਦੀਪ ਅਰਚਾ ਬੰਦਨ ਡੰਡੌਤ ਅਸ਼ਟਾਂਗ ਕਰਨੇ, ਦਾਨ ਪੁੰਨ, ਤੀਰਥ ਯਾਤਰਾ, ਤੀਰਥ ਇਸ਼ਨਾਨ ਕਰਕੇ ਪਾਪ ਕਰਮਾਂ ਦੀ ਮੈਲ ਧੋਣ ਦਾ ਯਤਨ ਕਰਨਾ, ਇਹ ਸਾਰਾ ਕੁਝ ਧਰਮ ਕਾਂਡ ਦੇ ਵਿੱਚ ਆਉਂਦਾ ਹੈ। ਤੇ ਦੂਸਰਾ, ਗਿਆਨ ਮਾਰਗ। ਜਦੋਂ ਕਰਮ ਕਾਂਡ ਦੁਆਰਾ ਮਨੁੱਖ ਦੀ ਆਤਮਾ ਨੂੰ ਸੰਤੁਸ਼ਟੀ ਨਾ ਹੋਈ ਤੇ ਮਨ ਵਿੱਚ ਭਟਕਣਾ ਉਵੇਂ ਹੀ ਰਹੀ, ਫਿਰ ਗਿਆਨ ਮਾਰਗ ਹੋਂਦ ਦੇ ਵਿੱਚ ਆਇਆ। ਗਿਆਨ ਮਾਰਗ ਦੇ ਵਿੱਚ ਦਲੀਲ, ਜੁਗਤੀ ਦਲੀਲ, ਤਰਕ ਅਤੇ ਵਾਦ ਵਿਵਾਦ ਨੇ ਜਨਮ ਲਿਆ, ਜਿਸ ਸਦਕਾ 6 ਸ਼ਾਸਤਰ ਉਪਨਿਸ਼ਦਾਂ ਦੀ ਰਚਨਾ ਹੋਂਦ ਦੇ ਵਿੱਚ ਆਈ। ਇਸ ਸਮੇਂ ਦੇ ਵਿੱਚ ਗਿਆਨ ਪ੍ਰਾਪਤੀ ਦੀ ਮੁਕਤੀ ਦਾ ਸਾਧਨ ਮੰਨਿਆ ਗਿਆ। ਨਿਰਾ ਗਿਆਨ ਪ੍ਰਾਪਤ ਕਰਕੇ ਵੀ ਮਨੁੱਖੀ ਆਤਮਾ ਬੰਧਨ ਮੁਕਤ ਨਾ ਹੋ ਸਕੀ ਤੇ ਨਾ ਹੀ ਮਨ ਦੀ ਭਟਕਣਾ ਤੋਂ ਬੰਦ ਖਲਾਸੀ ਹੋਈ, ਜਿਸ ਪ੍ਰਤੀ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੇ ਵਿੱਚ ਸੰਕੇਤ ਦਿੱਤਾ ਹੈ। ਪਹਿਲੀ ਬਾਤ ਦੀ 11ਵੀਂ ਪੌੜੀ ਦੇ ਵਿੱਚ ਭਾਈ ਸਾਹਿਬ ਫਰਮਾਉਂਦੇ ਨੇ, ਤ੍ਰਿਪਤ ਨਾ ਆਵੀ ਵੇਦ ਮਤ ਅਗਨੀ ਅੰਦਰ ਤਪਤ ਤਪਾਇਆ। ਤੇ ਤੀਸਰਾ ਸੀ ਯੋਗ ਦਰਸ਼ਨ। ਜਦੋਂ ਕਰਮ ਕਾਂਡ ਦੁਆਰਾ ਤੇ ਗਿਆਨ ਪ੍ਰਾਪਤ ਕਰਕੇ ਵੀ ਮਨ ਨੂੰ ਸ਼ਾਂਤੀ ਨਾ ਪ੍ਰਾਪਤ ਹੋਈ, ਮਨ ਦੇ ਵਿੱਚ ਮਾਇਆ ਤੇ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਸਗੋਂ ਹੋਰ ਵੀ ਲਾਲਸਾ ਵੱਧ ਗਈ, ਤਾਂ ਫਿਰ ਯੋਗ ਦਰਸ਼ਨ ਨੇ ਜਨਮ ਲਿਆ। ਯੋਗ ਨੇ ਸਿਧਾਂਤ ਦਿੱਤਾ, ਯੋਗਸ ਚਿੱਤ ਬਿਤੀ ਨਿਰੋਧ। ਮਨ ਦੇ ਮੰਗ ਦੇ ਉਲਟ ਚੱਲੋ। ਜੇ ਮਨ ਰੋਟੀ ਮੰਗਦਾ ਹੈ ਤਾਂ ਇਸ ਨੂੰ ਸਰੀਰ ਨੂੰ ਭੁੱਖਾ ਰੱਖੋ। ਜੇ ਠੰਡ ਚਾਹੁੰਦਾ ਹੈ, ਇਸ ਨੂੰ ਧੂਏ ਤਪਾ ਕੇ ਹੋਰ ਤੰਗ ਕਰੋ। ਜੇ ਸਰੀਰ ਨਿੱਘ ਮੰਗਦਾ ਹੈ ਤੇ ਸਰੀਰ ਦੀ ਲੋੜ ਤੇ ਮਨ ਦੀ ਮੰਗ ਦੇ ਉਲਟ ਜਲ ਧਾਰਾ ਕਰਕੇ ਸਰੀਰ ਨੂੰ ਹੋਰ ਤੰਗ ਕਰੋ। ਜੇ ਮਨ ਦੀ ਪਕੜ ਸੰਸਾਰ ਦੇ ਨਾਲੋਂ ਨਹੀਂ ਟੁੱਟਦੀ ਤਾਂ ਹਠ ਕਰਕੇ ਘਰ-ਬਾਰ, ਪਰਿਵਾਰ, ਬੱਚਿਆਂ ਦਾ ਤਿਆਗ ਕਰ ਦਿਓ। ਯੋਗ ਸਾਧਨਾ ਦੁਆਰਾ ਮਨ ਨੂੰ ਅਸਥਿਰ ਕਰਨ ਦਾ ਯਤਨ ਕਰੋ। ਯੋਗ ਮਤ ਦੇ ਮੁਖੀ ਮਛੰਦਰ, ਗੋਰਖ, ਲੋਹਾਰੀਪਾ, ਭਰਤਰੀ ਆਦਿ 84 ਸਿੱਧ ਮੰਨੇ ਜਾਂਦੇ ਨੇ। ਸਾਰੇ ਇਹ ਜਿਹੜੇ ਪਹਿਲੇ ਦੱਸੇ ਕਰਮ ਕਾਂਡੀ ਸਾਧਨਾ ਦਾ ਜ਼ਿਕਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੋਠ ਰਾਗ ਦੀ ਅਸ਼ਟਪਦੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ 641 ਅੰਗ ਤੇ ਕੀਤਾ ਹੈ। ਮਾਇਆ ਦੇ ਬੰਧਨਾਂ ਤੋਂ ਖਲਾਸੀ ਦਾ ਤਰੀਕਾ ਵੀ ਅਖੀਰ ਦੇ ਵਿੱਚ ਸਤਿਗੁਰੂ ਜੀ ਨੇ ਦਰਸਾਇਆ ਹੈ। ਸਤਿਗੁਰੂ ਜੀ ਦੇ ਫਰਮਾਨ ਨੂੰ ਅਗਰ ਅਸੀਂ ਧਿਆਨ ਦੇ ਨਾਲ ਬਾਚੀਏ ਤਾਂ ਸਪਸ਼ਟਤਾ ਹੋ ਜਾਏਗੀ। ਸਤਿਗੁਰੂ ਜੀ ਦੇ ਬਚਨ ਨੇ, ਸੋਰਠ ਮਹੱਲਾ ਪੰਜਵਾ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾਂ ਸਿਓ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਭਰਿਓ ਸੁਆਮੀ ਕੈ ਦੁਆਰੇ, ਦੀਜੇ ਬੁੱਧ ਵਿਵੇਕਾ। ਰਹਾਓ। ਮੋਨ ਭਇਓ ਕਿਰਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ, ਤਟ ਤੀਰਥ ਸਭ ਧਰਤੀ ਭਰਮਿਓ, ਦੁਬਤਾ ਛੁਟਕੈ ਨਾਹੀ, ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਵਿਦ, ਜੇ ਲਖ ਯਤਨ ਕਰਾਏ, ਕਨਿਕ ਕਾਮਨੀ ਹੈਵਰ ਗੈਵਰ, ਬਹੁ ਬਿਦ ਦਾਨ ਦਾਤਾਰਾ, ਅਨ ਵਸਤਰ ਭੂਮ ਬਹੁ ਅਰਪੇ, ਨਹਿ ਮਿਲੀਏ ਹਰ ਦੁਆਰਾ, ਪੂਜਾ ਅਰਚਾ ਬੰਧਨ ਡੰਡਾਉਤ, ਖਟ ਕਰਮਾ ਰਤ ਰਹਿਤਾ, ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲੀਏ ਇਹ ਜੁਗਤਾ।
जोग सिद्ध आसन 84 ਇਹ ਵੀ ਕਰ ਕਰ ਰਹਿਆ ਵੱਡੀ ਆਰਜਾ ਫਿਰ ਜਨਮੇ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਵ ਲਿਖੇ ਕਾ ਲਹਿਣਾ ਤੇਰੋ ਸੇਵਕ ਇਹ ਰੰਗ ਮਾਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਹਰ ਕੀਰਤਨ ਇਹ ਮਨ ਰਾਤਾ ਰਹਾਉ ਦੂਜਾ ਅੰਗ 641 ਮਨ ਦੀ ਭਟਕਣਾ ਕਿਵੇਂ ਖਤਮ ਹੋਣੀ ਹੈ। ਦੂਸਰੇ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਸਤਿਗੁਰੂ ਜੀ ਨੇ ਸਪਸ਼ਟ ਕੀਤਾ ਹੈ ਕਿ ਆਨੰਦ ਸਰੂਪ ਸਤ ਚਿੱਤ ਆਨੰਦ ਦੀ ਕੀਰਤੀ ਅਤੇ ਸਤ ਸੰਗਤ ਕਰਕੇ ਹੀ ਸ਼ਾਂਤੀ ਪ੍ਰਾਪਤ ਕੀਤੀ ਜਾ ਸਕਦੀ ਹੈ ਤੇ ਮਾਇਕੀ ਭਟਕਣਾ ਤੋਂ ਨਿਜਾਤ ਮਿਲ ਸਕਦੀ ਹੈ। ਸਵਾਮੀ ਰਾਮਾਨੰਦ ਜੀ ਵਿਸ਼ਾਲ ਦ੍ਰਿਸ਼ਟੀ ਦੇ ਧਾਰਨੀ ਸਨ। ਆਪ ਜੀ ਨੇ ਸਰਬ ਮਨੁੱਖਤਾ ਨੂੰ ਇੱਕ ਅਕਾਲ ਪੁਰਖ ਦੀ ਅੰਸ਼ ਜਾਣ ਕੇ ਭਗਤੀ ਕਰਨ ਦੀ ਖੁੱਲ੍ਹ ਦਿੱਤੀ। ਉਸ ਸਮੇਂ ਵੈਸ਼ਨਵ ਮਤ ਦੇ ਕੱਟੜ ਪੰਥੀਆਂ ਵੱਲੋਂ ਆਪ ਜੀ ਦੀ ਕਾਫੀ ਵਿਰੋਧਤਾ ਹੋਈ, ਪਰ ਉਹਨਾਂ ਦੀ ਕੋਈ ਪੇਸ਼ ਨਾ ਗਈ, ਕਿਉਂਕਿ ਸਵਾਮੀ ਰਾਘਵਾਨੰਦ ਜੀ ਆਪ ਦੀ ਕਰਨੀ ਤੇ ਪ੍ਰਭੂ ਭਗਤੀ ਸਦਕਾ ਆਪ ਤੇ ਪ੍ਰਸੰਨ ਸਨ। ਉਹਨਾਂ ਨੇ ਆਪ ਜੀ ਨੂੰ ਆਪਣੀ ਅਲੱਗ ਸੰਪਰਦਾਇ ਚਲਾਉਣ ਦੀ ਇਜਾਜ਼ਤ ਦੇ ਦਿੱਤੀ। ਆਪ ਜੀ ਨੇ ਪੰਚ ਗੰਗਾ ਅਸਥਾਨ ਕਾਂਸ਼ੀ ਦੇ ਵਿਖੇ ਆਪਣੀ ਵੱਖਰੀ ਸੰਪਰਦਾ ਚਲਾਈ। ਆਪ ਦੇ ਸ਼ਿష్ਯਾਂ ਨੂੰ ਰਾਮਾਨੰਦੀ, ਰਾਮਬਤ ਜਾਂ ਬੈਰਾਗੀ ਕਿਹਾ ਜਾਂਦਾ ਹੈ। ਆਪ ਦੇ ਵਿਚਾਰ ਸਨ ਕਿ ਕੋਈ ਮਨੁੱਖ ਕਥਿਤ ਨੀਚ ਕੁਲ ਦੇ ਵਿੱਚੋਂ ਜਨਮ ਲੈ ਕੇ ਪ੍ਰਭੂ ਭਗਤੀ ਕਰਦਾ ਹੈ, ਉਹ ਨਾ ਭਗਤੀ ਕਰਨ ਵਾਲੇ ਕਰਮਕਾਂਡੀ ਬ੍ਰਾਹਮਣਾਂ ਨਾਲੋਂ ਕਈ ਗੁਣਾ ਚੰਗਾ ਹੈ। ਜਿੱਥੇ ਆਪ ਜੀ ਨੇ ਭਗਤੀ ਮਾਰਗ ਸੰਪਰਦਾਇ ਨੂੰ ਪ੍ਰਚਾਰ ਕਰਕੇ 4 ਚੰਨ ਲਾਏ, ਉੱਥੇ ਆਪ ਜੀ ਨੇ ਸਾਖ ਸ਼ਾਸਤਰ ਦੇ ਰਚੈਤਾ ਕਪਲ ਮੁਨੀ ਜੀ ਦਾ ਤਪ ਅਸਥਾਨ ਵੀ ਪ੍ਰਗਟ ਕੀਤਾ। ਆਪ ਜੀ ਦੀ ਵਿਸ਼ਾਲ ਦ੍ਰਿਸ਼ਟੀ ਦਾ ਆਪ ਜੀ ਦੇ ਸ਼ਬਦ ਤੋਂ ਪਤਾ ਲੱਗਦਾ ਹੈ, ਜਿਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਗ 1195 ਤੇ ਅੰਕਿਤ ਕੀਤਾ ਹੈ। ਆਪ ਜੀ ਦੇ ਸਮੁੱਚੇ ਸ਼ਬਦ ਦਾ ਸਾਰ ਇਸ ਪ੍ਰਕਾਰ ਹੈ: ਹੇ ਭਾਈ, ਮੈਂ ਹੁਣ ਬਾਹਰ ਕਿੱਥੇ ਜਾਵਾਂ, ਕਿਉਂਕਿ ਪ੍ਰਭੂ ਮਾਲਕ ਨੇ ਮੇਰੇ ਹਿਰਦੇ ਰੂਪੀ ਘਰ ਵਿੱਚ ਹੀ ਰੰਗ ਲਾ ਦਿੱਤਾ ਹੈ। ਪ੍ਰਭੂ ਦੀ ਮਿਹਰ ਦੇ ਨਾਲ ਮੇਰੇ ਸਾਰੇ ਫੁਰਨੇ ਖਤਮ ਹੋ ਗਏ ਨੇ। ਹੁਣ ਮੇਰਾ ਮਨ ਬਾਹਰ ਨੱਸਣ ਭੱਜਣ ਤੋਂ ਰਹਿ ਗਿਆ ਹੈ, ਮਾਨੋ ਪਿੰਗਲਾ ਬਣ ਗਿਆ ਹੈ। ਇਸ ਅਵਸਥਾ ਤੋਂ ਪਹਿਲਾਂ ਇੱਕ ਦਿਨ ਮੇਰੇ ਮਨ ਦੇ ਵਿੱਚ ਉਮੰਗ ਪੈਦਾ ਹੋਈ ਕਿ ਚਲੋ ਠਾਕਰ ਦੁਆਰੇ ਜਾ ਕੇ ਪ੍ਰਭੂ ਦੀ ਪੂਜਾ ਕਰੀਏ। ਮੈਂ ਪੂਜਾ ਦਾ ਸਮਾਨ, ਚੰਦਨ, ਅਤਰ ਆਦਿ ਸਮੱਗਰੀ ਇਕੱਤਰ ਕੀਤੀ। ਸਾਰੀ ਪੂਜਾ ਸਮੱਗਰੀ ਇਕੱਤਰ ਕਰਨ ਤੋਂ ਉਪਰੰਤ ਮੇਰੇ ਮਾਲਕ ਨੇ ਮੇਰੇ ਅੰਦਰ ਇੰਨੀ ਤਬਦੀਲੀ ਲਿਆ ਦਿੱਤੀ ਕਿ ਮੇਰੇ ਅੰਦਰੋਂ ਹੀ ਆਵਾਜ਼ ਆਈ ਕਿ ਕੀ ਪ੍ਰਮਾਤਮਾ ਠਾਕਰ ਦੁਆਰੇ ਵਿੱਚ ਹੀ ਵਸਦਾ ਹੈ, ਤੇ ਨਾਲ ਹੀ ਮੇਰੇ ਗੁਰੂ ਨੇ ਮੇਰੇ ਮਨ ਵਿੱਚ ਪ੍ਰਭੂ ਵਸਦਾ ਦਿਖਾ ਦਿੱਤਾ। ਹੁਣ ਮੈਂ ਜਿੱਥੇ ਵੀ ਜਾਂਦਾ ਹਾਂ, ਠਾਕਰ ਦੁਆਰੇ ਅਤੇ ਤੀਰਥਾਂ ਉੱਪਰ ਮੈਨੂੰ ਉੱਥੇ ਪਾਣੀ ਜਾਂ ਪੱਥਰ ਹੀ ਦਿਸਦੇ ਨੇ, ਕਿਉਂਕਿ ਪ੍ਰਭੂ ਦੀ ਤਾਂ ਸਾਰੀਆਂ ਥਾਵਾਂ ਤੇ ਪਰਿਪੂਰਨ ਰਮਿਆ ਹੋਇਆ ਹੈ। ਉਸ ਦੀ ਪੂਜਾ ਕਰਨ ਦੀ ਕੋਈ ਵਿਸ਼ੇਸ਼ ਥਾਂ ਜਾਂ ਮੂਰਤੀ ਨਹੀਂ ਹੈ। ਮੈਂ ਸਾਰੇ ਧਰਮ ਗ੍ਰੰਥ ਖੋਜ ਕੇ ਵੇਖ ਲਏ ਨੇ। ਮੰਦਰਾਂ ਵਿੱਚ ਤਦ ਜਾਵਾਂ ਜੇ ਪ੍ਰਭੂ ਇੱਥੇ ਨਾ ਹੋਵੇ। ਪ੍ਰਭੂ ਤਾਂ ਸਰਵ ਵਿਆਪਕ ਹੈ। ਹੇ ਸਤਿਗੁਰੂ, ਮੈਂ ਆਪ ਤੋਂ ਕੁਰਬਾਨ ਬਲਿਹਾਰ ਜਾਂਦਾ ਹਾਂ। ਤੁਸੀਂ ਮੇਰੇ ਸਾਰੇ ਭਰਮ ਭੁਲੇਖੇ ਦੂਰ ਕਰ ਦਿੱਤੇ ਨੇ। ਮੈਂ ਰਾਮਾਨੰਦ ਉਸ ਪ੍ਰਭੂ ਮਾਲਕ ਦਾ ਨਾਮ ਜਪਦਾ ਹਾਂ, ਜਿਸ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਕੈਸੀ ਬ੍ਰਹਮ ਦ੍ਰਿਸ਼ਟੀ ਦੀ ਆਪ ਜੀ ਨੂੰ ਬਖਸ਼ਿਸ਼ ਹੋ ਗਈ ਸੀ। ਆਪ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਪੜ੍ਹੀਏ ਤਾਂ ਆਪ ਜੀ ਦੀ ਆਤਮਿਕ ਅਵਸਥਾ ਦਾ ਪਤਾ ਲੱਗ ਜਾਂਦਾ ਹੈ। ਰਾਗ ਬਸੰਤ ਰਾਮਾਨੰਦ ਜੀ। ਘਰ ਪਹਿਲਾ। ਕਤ ਜਾਈਏ ਰੇ ਘਰ ਲਾਗੋ ਰੰਗ। ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ ਰਹਾਓ। ਏਕ ਦਿਵਸ ਮਨ ਭਈ ਅਮੰਗ।
कस चंदन चोआ बहुत सुगंध, पूजन चाली ब्रह्म ठाए, सो ब्रह्म बतायो गुर मन ही माहे। जहाँ जाइए तह जल पाखान, तू पूर रह्यो है सब समान। वेद पुराण सब देखे जोए, ऊहां तो जाइए जो ईहां ना होए। सतगुर मैं बलिहारी तोर, जिन सकल विकल भ्रम काटे मोर। रामानंद स्वामी रमत बरहम, गुर का शब्द काटै कोट करम। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1195। ਭਗਤ ਰਾਮਾਨੰਦ ਜੀ ਸਰਵਵਿਆਪੀ ਪਰਮਾਤਮਾ ਨੂੰ ਵੇਖਦੇ ਹੋਏ ਪ੍ਰਭੂ ਦੀ ਸਰਵਵਿਆਪਕਤਾ ਦਾ ਪ੍ਰਚਾਰ ਕਰਦੇ ਹੋਏ ਸਰਵਵਿਆਪੀ ਦੇ ਪ੍ਰੇਮ ਭਗਤੀ ਕਰਨ ਵਾਲਿਆਂ ਨੂੰ ਪ੍ਰੇਰਨਾ ਦਿੰਦੇ ਹੋਏ ਅਖੀਰ 1467 ਈਸਵੀ ਨੂੰ 101 ਸਾਲ ਦੀ ਆਯੂ ਭੋਗ ਕੇ ਆਪਣੇ ਜਨਮ ਸਥਾਨ ਕਾਂਚੀ ਵਿੱਚ ਵਿਖੇ ਹੀ ਆਪਣਾ ਪੰਜ ਭੂਤਕ ਸਰੀਰ ਤਿਆਗ ਗਏ ਤੇ ਬ੍ਰਹਮਲੀਨ ਹੋ ਗਏ, ਜਿੱਥੇ ਗੰਗਾ ਦੇ ਤੱਟ ਤੇ ਆਪ ਜੀ ਦੀ ਪੰਚਾਂਗ ਘਾਟ ਵਿਖੇ ਯਾਦਗਾਰ ਕਾਇਮ ਹੈ। ਭਗਤ ਸੈਣ ਜੀ ਫਰਮਾਉਂਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 695 ਤੇ ਰਾਮਾ ਭਗਤ ਰਾਮਾਨੰਦ ਜਾਣੇ ਪੂਰਨ ਪਰਮਾਨੰਦ ਬਖਾਨੇ। ਸੋ ਇਹ ਤਾਂ ਸੀ ਭਗਤ ਰਾਮਾਨੰਦ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਕੁ ਵਿਚਾਰਾਂ। ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ, ਜਿਸ ਨੂੰ ਗਾਇਨ ਕੀਤਾ ਹੈ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ। टेक मेरे मन प्रीत, जिस पिछ करना सो हमारा मीत। जिस पिछ करना सो हमारा मीत। एका टेक मेरे मन चीत, जिस किछ करना सो हमारा मीत। जिस किछ करना सो हमारा मीत। मीत करे सोई हम माना, मीत के करतब कुशल समाना। मीत करे सोई हम माना, मीत के करतब कुशल समाना। टेक मेरे मन की, जिस किछ करना सो हमारा मीत। जिस किछ करना सो हमारा मीत। मीत हमारा वे परवाह, गुर कृपा ते मोहे असनाहा। मीत हमारा वे परवाह, गुर कृपा
जिस कीच करना सो हमारा मीत। मीत हमारा अंतर जामी, समरथ पुरख पार ब्रह्म स्वामी। मीत हमारा अंतर जामी, समरथ पुरख पार ब्रह्म स्वामी। एका टेक मेरा मन चीत, जिस कीच करना सो हमारा मीत। जिस कीच करना सो हमारा मीत। हम दासे तुम ठाकुर मेरे, मान महत नानक प्रभ तेरे। हम दासे तुम ठाकुर मेरे, मान महत नानक प्रभ तेरे। टेक मेरा मन कीत, जिस कीच करना सो हमारा मीत। जिस कीच करना सो हमारा मीत। एका टेक मेरा मन कीत, जिस कीच करना सो हमारा मीत। जिस कीच करना सो हमारा मीत। जिस कीच करना सो हमारा मीत। ਹਾਂਜੀ, ਇਹ ਸਨ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ। ਤੇ ਆਪ ਜੀ ਸੁਣ ਰਹੇ ਹੋ ਕੋਹਿਨੂਰ ਰੇਡੀਓ 97.3 FM ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ, ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ। ਤੇ 11 ਵਜੇ ਚੱਲਾਂਗੇ ਅਸੀਂ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਤੇ ਆਓ ਅਗਲਾ ਜਿਹੜਾ ਹੈ ਉਹ ਹੈ ਭਗਤ ਜੈਦੇਵ ਜੀ, ਉਹਨਾਂ ਦਾ ਜੀਵਨ ਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਕੁ ਵਿਚਾਰਾਂ ਅਸੀਂ ਆਪ ਜੀ ਦੇ ਨਾਲ ਸਾਂਝੀਆਂ ਕਰਦੇ ਹਾਂ। ਭਗਤ ਜੈਦੇਵ ਜੀ ਦਾ ਪਹਿਲਾ ਨਾਮ ਪਰਤਰਮ੍ਰਿਕ ਸੀ। ਪਰਤਰਮ੍ਰਿਕ। ਆਪ ਜੀ ਦਾ ਜਨਮ ਬੰਗਾਲ ਪ੍ਰਾਂਤ ਦੇ ਪਿੰਡ ਕੰਟੂਲੀ ਜਾਂ ਕੈਂਦੂਲੀ, ਜਿਸ ਨੂੰ ਕਿੰਦੂਵੈਲ ਵੀ ਕਿਹਾ ਜਾਂਦਾ ਹੈ, ਉੱਥੇ ਸਨ 1201 ਈਸਵੀ ਨੂੰ ਪਿਤਾ ਭੋਜ ਦੇਵ ਜੀ ਦੇ ਘਰ ਤੇ ਮਾਤਾ ਰਾਮ ਦੇਵੀ, ਤੇ ਉਹਨਾਂ ਦਾ ਦੂਸਰਾ ਨਾਮ ਇਤਿਹਾਸ ਦੇ ਵਿੱਚ ਬਾਮ ਦੇਵੀ ਵੀ ਲਿਖਿਆ ਹੈ, ਉਹਨਾਂ ਦੀ ਕੁੱਖ ਤੋਂ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਤੀਖਣ ਬੁੱਧੀ ਦੇ ਮਾਲਕ ਸਨ। ਧਾਰਮਿਕ ਸੰਸਕਾਰ ਆਪ ਜੀ ਨੂੰ ਆਪਣੇ ਮਾਤਾ ਪਿਤਾ ਜੀ ਦੇ ਰਾਹੀਂ ਵਿਰਸੇ ਦੇ ਵਿੱਚ ਹੀ ਮਿਲ ਗਏ ਸਨ, ਕਿਉਂਕਿ ਆਪ ਜੀ ਦੇ ਮਾਤਾ ਪਿਤਾ ਜੀ ਕਿਸ਼ਨ ਭਗਤ ਸਨ।
ਆਪ ਉਹਨਾਂ ਦੇ ਨਾਲ ਹਰ ਰੋਜ਼ ਮੰਦਰ ਜਾਇਆ ਕਰਦੇ ਅਤੇ ਪਾਠ ਪੂਜਾ ਦੇ ਵਿੱਚ ਸ਼ਾਮਲ ਹੁੰਦੇ, ਜਿਸ ਕਾਰਨ ਪ੍ਰੇਮਾ ਭਗਤੀ ਅਤੇ ਤੀਬਰ ਬੈਰਾਗ ਆਪ ਜੀ ਦੇ ਹਿਰਦੇ ਦੇ ਵਿੱਚ ਸੁਤੇ ਹੀ ਉਤਪੰਨ ਹੋ ਗਿਆ ਸੀ। ਆਪ ਜੀ ਨੂੰ ਸੰਸਕ੍ਰਿਤ ਤੇ ਪ੍ਰਾਕ੍ਰਿਤ ਭਾਸ਼ਾ ਪੜ੍ਹਨ ਵਾਸਤੇ ਇੱਕ ਵਿਦਵਾਨ ਪੰਡਤ ਪਾਸ ਆਪ ਜੀ ਦੇ ਪਿਤਾ ਜੀ ਨੇ ਭੇਜਿਆ। ਅਜੇ ਆਪ ਬਾਲ ਉਮਰ ਦੇ ਵਿੱਚ ਹੀ ਸਨ ਕਿ ਆਪ ਜੀ ਦੇ ਮਾਤਾ ਪਿਤਾ ਜੀ ਪ੍ਰਭੂ ਨੂੰ ਪਿਆਰੇ ਹੋ ਗਏ। ਜਿੱਥੇ ਬਚਪਨ ਤੋਂ ਹੀ ਆਪ ਜੀ ਦੇ ਹਿਰਦੇ ਦੇ ਵਿੱਚ ਪ੍ਰਭੂ ਦਰਸ਼ਨਾਂ ਲਈ ਬੈਰਾਗ ਸੀ, ਉੱਥੇ ਆਪਣੇ ਪਿਆਰੇ ਮਾਤਾ ਪਿਤਾ ਦੇ ਵਿਛੋੜੇ ਦੇ ਨਾਲ ਦੋਹਰੇ ਰੂਪ ਦੇ ਵਿੱਚ ਇਹ ਬੈਰਾਗ ਹੋਰ ਵੀ ਵੱਧ ਗਿਆ। ਤੀਸਰੀ ਘਟਨਾ ਜਿਸ ਦਾ ਆਪ ਜੀ ਦੇ ਜੀਵਨ ਦੇ ਵਿੱਚ ਬਹੁਤ ਹੀ ਅਸਰ ਪਾਇਆ, ਉਹ ਘਟੀ ਆਪ ਜੀ ਦੇ ਪਿਤਾ ਜੀ ਦਾ ਇੱਕ ਮਿੱਤਰ ਜਿਸ ਦਾ ਨਾਮ ਨਿਰੰਜਨ ਸੀ। ਉਸਨੇ ਆਪ ਜੀ ਨੂੰ ਵਿਰਾਸਤ ਵਿੱਚ ਮਿਲੀ ਜਾਇਦਾਦ ਧੋਖੇ ਦੇ ਨਾਲ ਉਸਨੇ ਹੜੱਪ ਕਰ ਲਈ। ਆਪ ਜੀ ਦੇ ਮਨ ਉੱਤੇ ਉਸ ਮਨੁੱਖ ਦੇ ਧੋਖਾ ਦੇਣ ਦਾ, ਜੋ ਆਪ ਜੀ ਦੇ ਪਿਤਾ ਜੀ ਦਾ ਪਰਮ ਮਿੱਤਰ ਸੀ, ਬਹੁਤ ਅਸਰ ਹੋਇਆ। ਆਪ ਜੀ ਦੇ ਮਨ ਦੇ ਵਿੱਚ ਸੰਸਾਰ ਤੋਂ ਹੋਰ ਵੀ ਉਪਰਾਮਤਾ ਪੈਦਾ ਹੋ ਗਈ ਕਿ ਵੇਖੋ ਸੰਸਾਰ ਕਿਹੋ ਜਿਹਾ ਹੈ। ਜਿਸ ਪਿਓ ਦੇ ਮਿੱਤਰ ਨੇ ਮੈਨੂੰ ਢਾਸ ਦੇਣੀ ਸੀ, ਮੇਰੀ ਬਾਂਹ ਫੜਨੀ ਸੀ, ਮੇਰਾ ਆਸਰਾ ਬਣਨਾ ਸੀ, ਉਹੀ ਮੇਰੀ ਸਾਰੀ ਜਾਇਦਾਦ ਨਿਗਲ ਗਿਆ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਆਉਂਦਾ ਹੈ, ਦੁੱਖ ਦਾਰੂ ਸੁੱਖ ਰੋਗ ਭਇਆ। ਬਹੁਤੀ ਵਾਰੀ ਦੁੱਖ ਦਾਰੂ ਬਣ ਕੇ ਮਨੁੱਖ ਦੀ ਜ਼ਿੰਦਗੀ ਹੀ ਬਦਲ ਦਿੰਦਾ ਹੈ। ਇਸੇ ਤਰ੍ਹਾਂ ਭਗਤ ਜੈਦੇਵ ਜੀ ਨੂੰ ਵੀ ਮਾਤਾ ਪਿਤਾ ਜੀ ਦੇ ਵਿਛੋੜੇ ਦੇ ਸਾਲਨੇ ਤੇ ਪਿਓ ਦੇ ਮਿੱਤਰ ਵੱਲੋਂ ਧੋਖਾ ਦੇਣ ਦੇ ਦੁੱਖ ਨੇ ਦਾਰੂ ਬਣ ਕੇ ਪ੍ਰਭੂ ਭਗਤੀ ਵੱਲ ਪ੍ਰੇਰਿਆ। ਆਪ ਜੀ ਦਿਨ ਰਾਤ ਬੈਰਾਗਮਈ ਅਵਸਥਾ ਦੇ ਵਿੱਚ ਨਵੇਂ ਤੋਂ ਨਵਾਂ ਭਜਨ ਲਿਖ ਕੇ ਬਾਰ-ਬਾਰ ਉਸ ਨੂੰ ਪਿਆਰ ਦੇ ਵਿੱਚ ਭਿੱਜ ਕੇ ਗਾਉਂਦੇ। ਜਿਹੜਾ ਵੀ ਆਪ ਜੀ ਦੇ ਮੁਖਾਰਬੰਦ ਤੋਂ ਇੱਕ ਵਾਰੀ ਪ੍ਰਭੂ ਉਸਤਤੀ ਦੇ ਭਜਨ ਸੁਣ ਲੈਂਦਾ, ਉਹ ਉਸ ਪ੍ਰਾਣੀ ਦੇ ਉੱਤੇ ਅਵਸ਼ ਅਸਰ ਕਰਦੇ ਭਜਨ। ਜਿੱਥੇ ਆਪ ਜੀ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿੰਦੇ, ਉੱਥੇ ਆਪ ਜੀ ਸੰਸਕ੍ਰਿਤ, ਪ੍ਰਾਕ੍ਰਿਤ ਭਾਸ਼ਾ ਤੇ ਸੰਤ ਭਾਸ਼ਾ ਦੇ ਬਹੁਤ ਉੱਚ ਕੋਟੀ ਦੇ ਵਿਦਵਾਨ ਬਣ ਚੁੱਕੇ ਸਨ। ਆਪ ਜੀ ਦੀ ਵਿਦਵਤਾ ਅਤੇ ਭਗਤੀ ਦੀ ਮਹਿਮਾ ਦੂਰ ਦਰਾਡੇ ਤੱਕ ਫੈਲ ਚੁੱਕੀ ਸੀ। ਬੰਗਾਲ ਵਿੱਚ ਉਸ ਸਮੇਂ ਰਾਜਾ ਲਛਮਣ ਸੈਨ ਵੀ ਆਪ ਜੀ ਦੀ ਵਿਦਵਤਾ, ਕਾਵਿ ਰਚਨਾ ਤੇ ਭਗਤੀ ਭਾਵਨਾ ਤੋਂ ਬਹੁਤ ਪ੍ਰਭਾਵਿਤ ਸੀ। ਉਸਨੇ ਆਪ ਜੀ ਤੱਕ ਪਹੁੰਚ ਕਰਕੇ ਆਪ ਜੀ ਨੂੰ ਦਰਬਾਰੀ ਕਵੀਆਂ ਦੇ ਵਿੱਚ ਰਤਨ ਦਾ ਰੁਤਬਾ ਦੇ ਕੇ ਆਪਣੇ ਪਾਸ ਰੱਖ ਲਿਆ। ਇਸ ਸਮੇਂ ਤੱਕ ਆਪ ਜੀ ਦੀ ਸ਼ਾਦੀ ਸ਼੍ਰੀਮਤੀ ਪਰਮਾਵਤੀ ਜੀ ਦੇ ਨਾਲ ਹੋ ਗਈ ਸੀ। ਆਪ ਜੀ ਗ੍ਰਸਤੀ ਜੀਵਨ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਤੇ ਨਾਲ-ਨਾਲ ਪ੍ਰਭੂ ਭਗਤੀ ਦੇ ਗੀਤਾਂ ਦੀ ਰਚਨਾ ਕਰਦੇ। ਆਪ ਜੀ ਨੇ 3 ਰਚਨਾਵਾਂ ਦਰਸ਼ਨ ਰਾਘਵ, ਗੀਤ ਗੋਬਿੰਦੇ ਤੇ ਚੰਦਰ ਲੋਕ ਲਿਖੀਆਂ, ਜੋ ਬੰਗਾਲ ਤੇ ਦੂਰ ਦਰੇਡੇ ਪ੍ਰਾਂਤਾਂ ਦੇ ਵਿੱਚ ਬਹੁਤ ਲੋਕਪ੍ਰਿਯ ਹੋਈਆਂ। ਆਪ ਜੀ ਦੀ ਪਤਨੀ ਪਦਮਾਵਤੀ ਵੀ ਬੜੀ ਸੁਰੀਲੀ ਸੁਰ ਵਿੱਚ ਆਪ ਜੀ ਦੇ ਰਚੇ ਗੀਤਾਂ ਨੂੰ ਗਾ ਕੇ ਆਪ ਜੀ ਦੀ ਪ੍ਰਸੰਨਤਾ ਪ੍ਰਾਪਤ ਕਰਦੀ। ਕੁਝ ਸਮਾਂ ਆਪ ਜੀ ਨੇ ਰਾਜਾ ਲਛਮਣ ਸੈਨ ਦੀ ਨੌਕਰੀ ਵਿੱਚ ਬਤੀਤ ਕੀਤਾ, ਪਰ ਆਪ ਜੀ ਦੀ ਆਤਮਾ ਬੰਧਨ ਵਿੱਚ ਪੈ ਕੇ ਰਾਜੀ ਨਹੀਂ ਸੀ। ਆਪ ਆਜ਼ਾਦੀ ਵਾਲਾ ਸੁਤੰਤਰ ਜੀਵਨ ਜਿਉਣਾ ਲੋਚਦੇ ਸਨ। ਇਸ ਕਰਕੇ ਆਪ ਜੀ ਨੇ ਰਾਜੇ ਦੀ ਨੌਕਰੀ ਛੱਡ ਦਿੱਤੀ ਤੇ ਘਰਵਾਲੀ ਨੂੰ ਦੱਸੇ ਬਿਨਾਂ ਆਪ ਜੀ ਜੰਗਲ ਵਿੱਚ ਜਾ ਨਿਵਾਸੇ। ਹਰ ਸਮੇਂ ਆਪ ਜੀ ਸ਼੍ਰੀ ਕ੍ਰਿਸ਼ਨ ਭਜਨ ਲਿਖਦੇ ਤੇ ਗਾਉਂਦੇ ਰਹਿੰਦੇ। ਗੀਤ ਗੋਬਿੰਦੇ ਗ੍ਰੰਥ ਲਿਖਦਿਆਂ ਆਪ ਜੀ ਐਸੇ ਅਟਕੇ ਕਿ ਆਪ ਜੀ ਨੂੰ ਕੁਝ ਵੀ ਨਾ ਸੁੱਝੇ ਤੇ ਇੱਥੇ ਕਿਹੜਾ ਸ਼ਬਦ ਲਿਖ ਕੇ ਮੈਂ ਪੰਕਤੀ ਨੂੰ ਪੂਰੀ ਕਰਾਂ। ਸਾਰੀ ਦਿਹਾੜੀ ਸੋਚ ਵਿਚਾਰ ਕਰਦਿਆਂ ਬਤੀਤ ਹੋ ਗਈ। ਅਖੀਰ ਆਪ ਜੀ ਜੰਗਲ ਨਾਲ ਵਗਦੀ ਨਦੀ ਦੇ ਵਿੱਚ ਇਸ਼ਨਾਨ ਕਰਨ ਚਲੇ ਗਏ। ਆਪ ਦੇ ਇਸ਼ਨਾਨ ਕਰਦੇ ਸਮੇਂ ਭਗਵਾਨ ਨੇ ਆਪ ਜੀ ਦਾ ਰੂਪ ਧਾਰਨ ਕਰਕੇ ਉਸ ਅੜੀ ਹੋਈ ਪੰਕਤੀ ਨੂੰ ਪੂਰਾ ਲਿਖ ਦਿੱਤਾ। ਇਸ਼ਨਾਨ ਕਰਨ ਉਪਰੰਤ ਜਦੋਂ ਆਪ ਜੀ ਨੇ ਦੁਬਾਰਾ ਲਿਖਣ ਵਾਸਤੇ ਗ੍ਰੰਥ ਨੂੰ ਖੋਲ੍ਹਿਆ ਤਾਂ ਅਧੂਰੀ ਪੰਕਤੀ ਪੂਰਨ ਰੂਪ ਵਿੱਚ ਲਿਖੀ ਵੇਖ ਕੇ ਆਪ ਅਸਚਰਜ ਵੀ ਹੋਏ ਤੇ ਨਾਲ ਹੀ ਸੂਖਮ ਹੰਕਾਰ ਨੇ ਵੀ ਆਪ ਨੂੰ ਘੇਰ ਲਿਆ ਕਿ ਮੇਰੇ ਲਿਖੇ ਗੀਤ
ਪ੍ਰਭੂ ਪਰਮਾਤਮਾ ਨੂੰ ਇੰਨੇ ਚੰਗੇ ਲੱਗੇ ਕਿ ਉਸਨੇ ਪ੍ਰਗਟ ਹੋ ਕੇ ਮੇਰੇ ਅਧੂਰੇ ਗੀਤ ਨੂੰ ਪੂਰਾ ਕੀਤਾ। ਜਿਵੇਂ ਗੁਰਬਾਣੀ ਦੇ ਵਿੱਚ ਫਰਮਾਨ ਹੈ, ਹਰ ਜੀਓ ਅਹੰਕਾਰ ਨਾ ਭਾਵਈ, ਬੇਦ ਕੂਕ ਸੁਣਾਵਹਿ। ਭਗਤ ਜੀ ਦੇ ਹੰਕਾਰ ਨੂੰ ਦੂਰ ਕਰਨ ਵਾਸਤੇ ਪਰਮੇਸ਼ਰ ਜੀ ਨੇ ਐਸੀ ਖੇਡ ਵਰਤਾਈ ਕਿ ਭਗਤ ਜੈਦੇਵ ਜੀ ਨੂੰ ਜਿਸ ਦਰਖਤ ਵੱਲ ਵੀ ਵੇਖਣ, ਪੱਤੇ ਪੱਤੇ ਉੱਤੇ ਗੀਤ ਗੋਬਿੰਦੇ ਲਿਖਿਆ ਨਜ਼ਰ ਆਵੇ। ਇਹ ਅਸਚਰਜ ਕੌਤਕ ਵੇਖ ਕੇ ਆਪ ਜੀ ਦਾ ਹੰਕਾਰ ਟੁੱਟ ਗਿਆ। ਆਪ ਜੀ ਨੇ ਹੰਕਾਰ ਦਾ ਤਿਆਗ ਕਰਕੇ ਪ੍ਰਭੂ ਪਰਮੇਸ਼ਰ ਪਾਸੋਂ ਆਪਣੀ ਭੁੱਲ ਦੀ ਮਾਫੀ ਮੰਗੀ। ਇਸ ਘਟਨਾ ਉਪਰੰਤ ਆਪ ਜੀ ਦਾ ਪਿਆਰ, ਸਨੇਹ ਤੇ ਸ਼ਰਧਾ ਭਾਵਨੀ ਪ੍ਰਭੂ ਜੀ ਉੱਤੇ ਅਥਾਹ ਹੋ ਗਈ। ਇਸ ਸਾਰੀ ਵਾਰਤਾ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇੰਜ ਲਿਖਿਆ ਹੈ। ਪ੍ਰੇਮ ਭਗਤ ਜੈ ਦਿਓ ਕਰ, ਗੀਤ ਗੋਬਿੰਦ ਸਹਿਜ ਧੁਨ ਗਾਵੈ। ਲੀਲਾ ਚਲਿਤ ਵਖਾਣ ਦਾ, ਅੰਤਰਜਾਮੀ ਠਾਕਰ ਭਾਵੈ। ਅੱਖਰ ਇੱਕ ਨਾ ਆਵੜੈ, ਪੁਸਤਕ ਬਨ ਸੰਧਿਆ ਕਰ ਆਵੈ। ਗੁਣ ਨਿਧਾਨ ਘਰ ਆਏ ਕੈ, ਭਗਤ ਰੂਪ ਲਿਖ ਲੇਖ ਬਣਾਵੈ। ਅੱਖਰ ਪੜ ਪ੍ਰਤੀਤ ਕਰ, ਹੋਏ ਬਿਸਮਾਦ ਨ ਅੰਗ ਸਮਾਵੈ। ਵੇਖੈ ਜਾਏ ਉਜਾੜ ਵਿੱਚ, ਬਿਰਖ ਇੱਕ ਆਸ਼ਚਰਜ ਸੁਹਾਵੈ। ਗੀਤ ਗੋਬਿੰਦ ਸੁਪੂਰਣੋ, ਪਤ ਪਤ ਲਿਖਿਆ ਅੰਤ ਨ ਪਾਵੈ। ਭਗਤ ਹੇਤ ਪ੍ਰਗਾਸ ਕਰ, ਹੋਏ ਦਇਆਲ ਮਿਲੈ ਗਲ ਲਾਵੈ। ਸੰਤ ਅਨੰਤ ਨ ਭੇਦ ਗਣਾਵੈ। ਬਾਰ 10ਵੀਂ ਪੌੜੀ 10ਵੀਂ। ਜਿੱਥੇ ਆਪ ਜੀ ਹਮੇਸ਼ਾ ਹੰਕਾਰ ਦੇ ਰੋਗ ਤੋਂ ਸਾਵਧਾਨ ਰਹਿੰਦੇ ਕਿ ਕਿਤੇ ਮੁੜ ਕੇ ਨਾ ਚੰਬੜ ਜਾਵੇ, ਉੱਥੇ ਮੋਹ ਤੋਂ ਵੀ ਬਚਣ ਲਈ ਇੱਕ ਰੁੱਖ ਦੇ ਹੇਠ ਵੀ ਬਹੁਤੀ ਦੇਰ ਤੱਕ ਨਾ ਬੈਠਦੇ। ਜੇ ਕਿਤੇ ਰੁੱਖ ਦੀ ਸੰਘਣੀ ਛਾਂ ਮਾਣ ਕੇ ਰੁੱਖ ਦੇ ਨਾਲ ਕਿਤੇ ਮੋਹ ਹੀ ਨਾ ਪੈ ਜਾਵੇ। ਮੋਹ ਪਿਆਰ ਕੇਵਲ ਇੱਕ ਅਕਾਲ ਪੁਰਖ ਨਾਲ ਹੀ ਬਣਾਉਣ ਦਾ ਯਤਨ ਕਰਦੇ। ਜਿਹੜੀ ਚੀਜ਼ ਵੀ ਪ੍ਰਭੂ ਪਿਆਰ ਦੇ ਵਿੱਚ ਵਾਧਾ ਬਣਦੀ, ਉਸ ਦਾ ਤਤਕਾਲ ਹੀ ਤਿਆਗ ਕਰ ਦਿੰਦੇ। ਆਪ ਜੀ ਦੇ ਜੀਵਨ ਕੌਤਕਾਂ ਦੀਆਂ ਬੇਅੰਤ ਸਾਖੀਆਂ ਭਗਤ ਮਾਲ ਗ੍ਰੰਥਾਂ ਵਿੱਚੋਂ ਪ੍ਰਾਪਤ ਹੁੰਦੀਆਂ ਨੇ, ਜਿਨ੍ਹਾਂ ਤੋਂ ਪਤਾ ਲੱਗਦਾ ਕਿ ਆਪ ਜੀ ਪ੍ਰਭੂ ਪਰਮੇਸ਼ਰ ਦੇ ਕਿੰਨੇ ਨੇੜੇ ਸਨ। ਆਖਰੀ ਸਮੇਂ ਆਪ ਜੀ ਨੇ ਕੇਂਦੂਲੀ ਨਗਰ ਦੇ ਵਿੱਚ ਨਿਵਾਸ ਕੀਤਾ। ਉੱਥੋਂ ਗੰਗਾ ਨਦੀ ਕਾਫੀ ਦੂਰ ਵਗਦੀ ਸੀ। ਆਪ ਜੀ ਨੇ ਗੰਗਾ ਇਸ਼ਨਾਨ ਦਾ ਪ੍ਰਣ ਕੀਤਾ ਹੋਇਆ ਸੀ। ਇੱਕ ਸਮੇਂ ਆਪ ਜੀ ਨੂੰ ਪ੍ਰਭੂ ਜੀ ਵੱਲੋਂ ਆਕਾਸ਼ਵਾਣੀ ਹੋਈ ਕਿ ਭਗਤ ਜੈਦੇਵ, ਤੂੰ ਧਿਆਨ ਵਿੱਚ ਹੀ ਗੰਗਾ ਇਸ਼ਨਾਨ ਕਰ ਲਿਆ ਕਰ, ਤੇਰੇ ਕੀਤੇ ਪ੍ਰਣ ਵਿੱਚ ਕੋਈ ਫਰਕ ਨਹੀਂ ਪਵੇਗਾ। ਪਰ ਆਪ ਜੀ ਦਾ ਮਨ ਨਾ ਮੰਨਿਆ। ਪ੍ਰਭੂ ਨੇਤ ਨਾਲ ਗੰਗਾ ਵਿੱਚ ਐਸਾ ਉਛਾਲ ਆਇਆ ਕਿ ਗੰਗਾ ਨੇ ਨਵਾਂ ਰਸਤਾ ਅਖਤਿਆਰ ਕਰਕੇ ਨਗਰ ਦੇ ਨਜ਼ਦੀਕ ਵਗਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਪ੍ਰਭੂ ਜੀ ਨੇ ਆਪਣੇ ਪਿਆਰੇ ਭਗਤ ਜੈਦੇਵ ਜੀ ਦਾ ਆਖਰੀ ਉਮਰ ਤੱਕ ਕੀਤਾ ਪ੍ਰਣ ਪੂਰਾ ਕਰਨ ਦੇ ਵਿੱਚ ਸਹਾਇਤਾ ਕੀਤੀ। ਇਹੋ ਜਿਹੀ ਅਗੰਮੀ ਖੇਡ ਨੂੰ ਆਤਮਕ ਜਗਿਆਸੂ ਹੀ ਜਾਣਦੇ ਨੇ। ਬਾਹਰੀ ਮੁਖੀ ਬਿਰਤੀ ਦੁਆਰਾ ਇਸ ਭਗਤੀ ਭਾਵਨਾ ਦੀ ਖੇਡ ਨੂੰ ਨਹੀਂ ਜਾਣਿਆ ਜਾ ਸਕਦਾ। ਸਗੋਂ ਸੱਚੀਆਂ ਸਾਖੀਆਂ ਵੀ ਅਤਕਥਨੀਆਂ ਪ੍ਰਾਪਤ ਹੁੰਦੀਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਜੀ ਦੇ ਦੋ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਕੀਤੇ ਨੇ। ਪਹਿਲਾ ਸ਼ਬਦ ਅੰਗ 526 ਤੇ ਦੂਸਰਾ ਸ਼ਬਦ 1106 ਅੰਗ ਤੇ ਅੰਕਿਤ ਹੈ। ਪਹਿਲੇ ਸ਼ਬਦ ਦੇ 5 ਪਦੇ ਨੇ। ਪਹਿਲੇ ਪਦੇ ਵਿੱਚ ਪ੍ਰਭੂ ਪਰਮੇਸ਼ਰ ਦਾ ਗਿਆਨ ਤੇ ਵਡਿਆਈ ਦਰਸਾਈ ਹੈ ਕਿ ਉਹ ਪਰਮ ਪੁਰਖ ਸਭ ਦਾ ਹੈ ਤੇ ਸਭ ਤੋਂ ਵੱਡਾ ਹੈ ਤੇ ਉਪਮਾ ਤੋਂ ਰਹਿਤ ਹੈ। ਪ੍ਰਭੂ ਸਤਿਚਿਤ ਆਨੰਦ ਸਰੂਪ ਹੈ, ਪੂਰਨ ਪਿਆਰ ਦੇ ਵਿੱਚ ਭਰਿਆ ਹੋਇਆ ਹੈ। ਅਤ ਅਸਚਰਜ ਰੂਪ ਤੇ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਪਰਮਾਤਮਾ। ਉਸ ਦਾ ਪੂਰਨ ਸਰੂਪ ਸੋਚ ਮੰਡਲ ਦੇ ਵਿੱਚ ਨਹੀਂ ਆ ਸਕਦਾ। ਪਰਮਾਤਮਾ ਸਰਵ ਵਿਆਪਕ ਹੈ। ਅਗਲੇ ਦੋ ਪਦਿਆਂ ਦੇ ਵਿੱਚ ਆਪ ਜੀ ਪਰਮਾਤਮਾ ਦੇ ਨਾਮ ਦੀ ਮਹਾਨਤਾ ਦਰਸਾਉਂਦੇ ਨੇ। ਹੇ ਭਾਈ, ਨਾਮ ਰਾਮ ਦਾ ਨਾਮ ਜੋ ਸਭ ਦੇ ਮਨ ਨੂੰ ਮੋਹਣ ਵਾਲਾ ਹੈ, ਜੋ ਅੰਮ੍ਰਿਤ ਰੂਪ ਤੇ ਤਤ ਸਰੂਪ ਹੈ, ਉਸ ਦਾ ਸਿਮਰਨ ਕਰੋ। ਨਾਮ ਦਾ ਸਿਮਰਨ ਕਰਨ ਦੇ ਨਾਲ ਜਨਮ ਮਰਨ ਦਾ ਭੈ ਖਤਮ ਹੋ ਜਾਂਦਾ ਹੈ। ਵਡੇਪੇ ਤੇ ਆਦਿ ਵਿਆਧੀ ਉਪਾਧੀ ਰੋਗ ਦਾ ਦੁੱਖ ਵੀ ਨਹੀਂ ਵਿਆਪਦਾ।
हे ਭਾਈ, ਜੇ ਜਮ ਆਦਿਕਾਂ ਤੇ ਵਿਜੈ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਤੂੰ ਪਰਮਾਤਮਾ ਦਾ ਸਿਮਰਨ ਕਰ ਤੇ ਸ਼ੁਭ ਕਰਮਾਂ ਦਾ ਧਾਰਨੀ ਬਣ ਕੇ ਰਹਿ। ਪਰਮਾਤਮਾ ਵਰਤਮਾਨ, ਭੂਤ ਅਤੇ ਭਵਿੱਖ ਵਿੱਚ ਸਦੀਵੀ ਹੈ। ਉਹਦਾ ਕਦੇ ਨਾਸ਼ ਨਹੀਂ ਹੁੰਦਾ ਤੇ ਉਹ ਪੂਰਨ ਆਨੰਦ ਸਰੂਪ ਹੈ। ਤੀਸਰੇ ਪਦੇ ਦੇ ਵਿੱਚ ਕੁਝ ਤਿਆਗਣ ਵਾਲੀਆਂ ਗੱਲਾਂ ਵੱਲ ਭਗਤ ਜੀ ਨੇ ਸਾਡਾ ਉਚੇਚਾ ਧਿਆਨ ਦਿਵਾਇਆ ਹੈ। ਛੱਡਣ ਵਾਲੀਆਂ ਗੱਲਾਂ ਨੇ ਲੋਭ ਦਾ ਤਿਆਗ, ਪਰ ਧਨ ਵੱਲ ਬੁਰੀ ਨਿਗਾਹ ਦੇ ਨਾਲ ਵੇਖਣ ਦਾ ਤਿਆਗ, ਸਾਰੀਆਂ ਖੋਟੀਆਂ ਆਦਤਾਂ ਤੇ ਮੰਦੇ ਕਰਮਾਂ ਜੋ ਕਿ ਮਰਜ਼ਾਦਾ ਦੇ ਵਿਧੀ ਦੇ ਉਲਟ ਨੇ, ਉਹਨਾਂ ਦਾ ਤਿਆਗ ਕਰਕੇ ਪ੍ਰਭੂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕਰਨਾ। ਚੌਥੇ ਪਦੇ ਦੇ ਵਿੱਚ ਹਰੀ ਦੇ ਭਗਤਾਂ ਦੀ ਗੱਲ ਕੀਤੀ ਹੈ, ਜੋ ਭਗਤੀ ਕਰਕੇ ਮਨ ਵਚ ਕਰਮਾਂ ਦੀ ਪਵਿੱਤਰ ਰਹਿਣੀ ਦੇ ਧਾਰਨੀ ਬਣ ਜਾਂਦੇ ਨੇ। ਉਹਨਾਂ ਨੂੰ ਯੋਗ ਸਾਧਨਾ ਦੇ ਨਾਲ ਕੋਈ ਵਾਸਤਾ ਨਹੀਂ। ਉਹ ਪਵਿੱਤਰ ਆਤਮਾਵਾਂ ਨੂੰ ਦਾਨ ਅਤੇ ਤਪ ਸਾਧਨਾ ਦੀ ਵੀ ਕੋਈ ਲੋੜ ਨਹੀਂ। ਉਹਨਾਂ ਨੂੰ ਜਗ ਆਦਿ ਕਰਮਾਂ ਦੀ ਵੀ ਕੋਈ ਲੋੜ ਨਹੀਂ। ਪੰਜਵੇਂ ਪਦੇ ਵਿੱਚ ਆਪ ਫਰਮਾਉਂਦੇ ਨੇ, ਹੇ ਪ੍ਰਾਣੀ, ਤੂੰ ਕੇਵਲ ਗੋਬਿੰਦ ਦਾ ਭਜਨ ਕਰ। ਗੋਬਿੰਦ ਦਾ ਭਜਨ ਕਰਨ ਦੇ ਨਾਲ ਸਾਰੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ। ਆਪ ਜੀ ਆਪਣਾ ਸਾਰਾ ਜੀਵਨ ਤਜਰਬਾ ਦਰਸਾਉਂਦੇ ਹੋਏ ਫਰਮਾਨ ਕਰਦੇ ਨੇ ਕਿ ਮੈਂ ਜੈਦੇਵ ਸਾਰੇ ਆਸਰੇ ਛੱਡ ਕੇ ਉਸ ਪ੍ਰਭੂ ਦੀ ਸ਼ਰਨ ਵਿੱਚ ਆਇਆ ਹਾਂ ਕਿ ਜੋ ਪਿੱਛੇ ਵੀ ਸੀ, ਹੁਣ ਵੀ ਹੈ ਤੇ ਅਗਾਂਹ ਵੀ ਹੋਵੇਗਾ, ਜੋ ਸਭ ਦੀ ਗਤੀ ਕਰਨ ਵਾਲਾ ਹੈ। ਪੜ੍ਹੀਏ ਮੂਲ ਰੂਪ ਦੇ ਵਿੱਚ ਮਹਾਨ ਵਿਦਵਾਨ ਭਗਤੀ ਦੇ ਵਿੱਚ ਰੰਗੀ ਹੋਈ ਆਤਮਾ ਭਗਤ ਜੈਦੇਵ ਜੀ ਦਾ ਪਦਾ। ਗੂਜਰੀ ਸ੍ਰੀ ਜੈਵਦੇਵ ਜੀ ਕੀ ਜੀਓ। ਪਰਮਾਦ ਪੁਰਖੋਤਮੰ ਸਤ ਆਦ ਭਾਵ ਰਤੰ ਪਰਮਦ ਪੁਤੰ ਪ੍ਰਕਿਰਤ ਪਰੰ ਜਦ ਚਿਤ ਸਰਵਗਤੰ ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ ਨਾਦਤੋਨ ਜਸ ਮਰਣੇਨ ਜਨਮ ਜਰਾਦ ਮਰਨ ਭਯੰ ਰਹਾਉ। ਇਛਸ ਜਮਾਦ ਪਰ ਪ੍ਰਾਪਯੰਗੰ ਜਸ ਸਤ ਸੋਕ੍ਰਿਤ ਕ੍ਰਿਤੰ ਭਵ ਭੂਤ ਭਾਵ ਸਬਭਯੰ ਪਰਮੰ ਪ੍ਰਸੰਨ ਮਿਦੰ ਲੋਵਾਦ ਦ੍ਰਿਸ਼ਟ ਪਰਗ੍ਰਹੰ ਜਦ ਵਿਦ ਆਚਰਣੰ ਤਜ ਸਕਲ ਦੋਹਕਿਰਤ ਦੁਰਮਤੀ ਭਜ ਚੱਕਰ ਧਰ ਸਰਣੰ। ਹਰ ਭਗਤ ਨਿਜ ਨਹਿ ਕੇਵਲਾ ਰਿਦ ਕਰਮਣਾ ਬਚਸਾ ਜੋਗੇਨ ਕਿੰਗ ਦਾਨੇਨ ਕਿੰਗ ਤਪਸਾ ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿਧ ਪਦੰ ਜੈ ਦੇਵ ਆਇਓ ਤਸ ਨਫੁਟਸੰ ਭਵ ਭੂਤ ਸਰਬਗਤੰ। ਭਗਤ ਜੈਦੇਵ ਜੀ ਤੇ ਉਹਨਾਂ ਦੀ ਸੁਪਤਨੀ ਪਦਮਾ ਦੇਵੀ ਜੀ ਨੇ ਆਪਣੇ ਜਨਮ ਨਗਰ ਕੇਦੁਲੀ ਔਰ ਕਿਲੂਵਿੰਦ ਵਿਖੇ ਆਖਰੀ ਸਮਾਂ ਬਿਤਾਇਆ। ਇਸੇ ਸਥਾਨ ਤੇ ਆਪ ਜੀ ਨੇ ਆਪਣੀ ਉਮਰ ਦੇ ਆਖਰੀ ਸਵਾਸ ਪ੍ਰਭੂ ਭਗਤੀ ਵਿੱਚ ਸਫਲਾ ਕੀਤੇ ਤੇ ਪੰਜ ਭੂਤਕ ਸਰੀਰ ਦਾ 1273 ਈਸਵੀ ਨੂੰ ਤਿਆਗ ਕਰਕੇ ਨਾਨਕ ਲੀਨ ਭਇਓ ਗੋਬਿੰਦ ਸਿਉ ਪਾਣੀ ਸੰਗ ਪਾਣੀ ਦੀ ਅਵਸਥਾ ਪ੍ਰਾਪਤ ਕਰ ਗਏ। ਸੋ ਇਹ ਤਾਂ ਸੀ ਭਗਤ ਜੈਦੇਵ ਜੀ ਦੇ ਬਾਰੇ ਕੁਝ ਵਿਚਾਰਾਂ, ਉਹਨਾਂ ਦੀ ਬਾਣੀ ਦੇ ਬਾਰੇ ਵਿਚਾਰਾਂ ਜਿਹੜੀਆਂ ਕਿ ਅਸੀਂ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀਆਂ ਲਿਖੀਆਂ ਹੋਈਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਨੇ। ਤੇ ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ। ਦੇਵ ਸੰਸੈ ਗਾਠ ਨ ਛੂਟੇ ਦੇਵ ਸੰਸੈ ਗਾਠ ਨ ਛੂਟੇ ਦੇਵ ਸੰਸੈ ਗਾਠ ਨ ਛੂਟੇ ਕਾਮ ਕ੍ਰੋਧ
ਇਹ ਆਵਾਜ਼ ਸੀ ਭਾਈ ਮਨਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ ਤੇ ਆਪ ਜੀ ਸੁਣ ਰਹੇ ਹੋ ਪ੍ਰੋਗਰਾਮ ਸਿੱਖ ਵਿਰਸਾ। ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਭਗਤ ਜੈਦੇਵ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਵਿਚਾਰਾਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ ਸਨ। ਉਹਨਾਂ ਦਾ ਜੀਵਨ ਬਿਉਰਾ ਜਿਹੜਾ ਸੰਖੇਪ ਦੇ ਵਿੱਚ ਇਸ ਤਰ੍ਹਾਂ ਦਿੱਤਾ ਗਿਆ ਹੈ। ਉਹਨਾਂ ਦਾ ਜਿਹੜਾ ਪਹਿਲਾ ਨਾਮ ਸੀ ਸ੍ਰੀ ਪਰਧਰਮਰਿਕ ਤੇ ਉਹਨਾਂ ਦਾ ਪ੍ਰਸਿੱਧ ਨਾਮ ਜਿਹੜਾ ਹੈ ਸ੍ਰੀ ਜੈਦੇਵ ਜੀ ਹੈ ਤੇ ਜਨਮ 1221 ਈਸਵੀ ਦੇ ਵਿੱਚ ਹੋਇਆ। ਪਿਤਾ ਜੀ ਦਾ ਨਾਮ ਸ੍ਰੀ ਭੋਜਦੇਵ ਜੀ ਅਤੇ ਮਾਤਾ ਜੀ ਦਾ ਨਾਮ ਸ੍ਰੀਮਤੀ ਰਾਮ ਦੇਵੀ ਜਾਂ ਦੂਸਰੇ ਜਿਹੜੇ ਇਤਿਹਾਸਕਾਰ ਕੁਝ ਉਹ ਸ਼੍ਰੀਮਤੀ ਬਾਮ ਦੇਵੀ ਵੀ ਦੱਸਦੇ ਨੇ। ਤੇ ਆਪ ਦਾ ਜਨਮ ਸਥਾਨ ਪਿੰਡ ਕੰਟੂਲੀ ਜਾਂ ਕੇਂਦੂਲੀ ਜ਼ਿਲ੍ਹਾ ਬੀਰਭੂਮ ਤੇ ਪਤਨੀ ਦਾ ਨਾਮ ਸ਼੍ਰੀਮਤੀ ਪਦਮਾਵਤੀ ਤੇ ਆਪ ਜੀ ਦੀਆਂ ਰਚਨਾਵਾਂ ਜਿਹੜੀਆਂ ਨੇ ਉਹ ਸਨ ਦਰਸ਼ਨ ਰਾਘਵ ਗੀਤ ਗੋਬਿੰਦੇ ਚੰਦਰਲੋਕ ਤੇ ਆਪ ਵਿਦਵਾਨ ਸਨ ਸੰਸਕ੍ਰਿਤ ਪ੍ਰਾਕ੍ਰਿਤ ਤੇ ਸੰਤ ਭਾਖਾ ਦੇ ਵਿੱਚ। ਤੇ ਆਪ ਜੀ ਦਾ ਇੱਕ ਸ਼ਬਦ ਰਾਗ ਗੁਜਰੀ ਦੇ ਵਿੱਚ 526 ਅੰਗ ਤੇ ਦੂਸਰਾ ਰਾਗ ਮਾਰੂ ਦੇ ਵਿੱਚ 1106 ਅੰਗ ਤੇ ਅੰਕਿਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੇ ਸਾਰੇ ਹਿੰਦੁਸਤਾਨ ਵਿੱਚ ਖਾਸ ਕਰਕੇ ਪੰਜਾਬ ਬੰਗਾਲ ਤੇ ਉੜੀਸਾ ਤੋਂ ਆਂਧਰਾ ਪੰਜਾਬ ਤੋਂ ਬੰਗਾਲ ਤੇ ਉੜੀਸਾ ਤੋਂ ਆਂਧਰਾ ਤੱਕ ਆਪ ਜੀ ਦੀ ਪ੍ਰਸਿੱਧੀ ਹੈ। ਤੇ ਆਪ ਜੀ ਨੇ ਪਰਲੋਕ ਗਮਨ 1273 ਈਸਵੀ ਦੇ ਵਿੱਚ ਕੀਤਾ ਤੇ ਆਪ ਜੀ ਦਾ ਮੁੱਖ ਉਪਦੇਸ਼ ਹੈ ਹਉ ਹੰਗਤਾ ਤੇ ਮਰਜ਼ਾਦਾ ਵਿਧੀ ਦੇ ਉਲਟ ਕਰਮਾਂ ਦਾ ਤਿਆਗ ਕਰਕੇ ਇੱਕ ਅਕਾਲ ਪੁਰਖ ਦੀ ਆਰਾਧਨਾ ਦੁਆਰਾ ਹੀ ਪ੍ਰਮਾਤਮਾ ਵਿੱਚ ਲੀਨਤਾ ਪ੍ਰਾਪਤ ਹੋ ਸਕਦੀ ਹੈ। ਸੋ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ ਜਿਸ ਨੂੰ ਗਾਇਨ ਕੀਤਾ ਹੈ ਭਾਈ ਨਿਰੰਜਨ ਸਿੰਘ ਜੀ ਯਵਾਦੀ ਕਲਾ ਵਾਲਿਆਂ ਨੇ। ਵਿਸਰ ਨਹੀਂ ਪ੍ਰਭ ਦੀਨ ਦਇਆਲ, ਤੇਰੀ ਸਰਣ ਪੂਰਨ ਕਿਰਪਾਲਾ। ਵਿਸਰ ਨਹੀਂ ਪ੍ਰਭ ਦੀਨ ਦਇਆਲ, ਤੇਰੀ ਸਰਣ ਪੂਰਨ ਕਿਰਪਾਲਾ। ਤੇਰੀ ਸਰਣ ਪੂਰਨ ਕਿਰਪਾਲਾ। ਜਹ ਚਿਤ ਆਵੈ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰੇ ਤਾ ਲਾਗੈ ਆਵਾ। ਜਹ ਚਿਤ ਆਵੈ ਸੋ ਥਾਨ ਸੁਹਾਵਾ, ਜਿਤ ਵੇਲਾ ਵਿਸਰੇ ਤਾ ਲਾਗੈ ਹਾਵਾ। ਵਿਸਰ ਨਹੀਂ ਪ੍ਰਭ ਦੀਨ ਦਇਆਲਾ, ਤੇਰੀ ਸਰਣ ਪੂਰਨ ਕਿਰਪਾਲਾ। ਵਿਸਰ ਨਹੀਂ ਪ੍ਰਭ ਦੀਨ ਦਇਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ। ਤੇਰੀ ਸ਼ਰਨ ਪੂਰਨ ਕਿਰਪਾਲਾ। ਤੇਰੇ ਜੀ ਤੂੰ ਸਦ ਹੀ ਸਾਥੀ, ਸੰਸਾਰ ਸਾਗਰ ਤੇ ਕੱਢ ਦੇ ਹਾਥੀ। ਤੇਰੇ ਜੀ ਤੂੰ ਸਦ ਹੀ ਸਾਥੀ, ਸੰਸਾਰ ਸਾਗਰ ਤੇ ਕੱਢ ਦੇ ਹਾਥੀ। ਵਿਸਰ ਨਹੀਂ ਪ੍ਰਭ ਦੀਨ ਦਇਆਲਾ, ਤੇਰੀ ਸ਼ਰਨ ਪੂਰਨ ਕਿਰਪਾਲਾ। ਵਿਸਰ ਨਹੀਂ ਪ੍ਰਭ ਦੀਨ ਦਇਆਲਾ,
तू राखै तिस दुख न थिया। आवण जाना तुम ही किया, जिस तू राखे तिस दुख न थिया। विसर नहीं प्रभ दीन दयाला, तेरी शरण पूरन कृपाला। विसर नहीं प्रभ दीन दयाला, तेरी शरण पूरन कृपाला। तू एको साहिब अवर न होर, बिनो करे नानक कर जोर। तू एको साहिब अवर न होर, अवर न होर, अवर न होर, अवर न होर, अवर न होर। तुम एको साहिब अवर न होर, बिनो करे नानक कर जोर। दोए कर जोड़ करो अरदास, तुद भावै तां आणे रास। तू एको साहिब अवर न होर, बिनो करे नानक कर जोर। तू एको साहिब अवर न होर, बिनो करे नानक कर जोर। विसर नहीं प्रभ दीन दयाला, तेरी शरण पूरन कृपाला। विसर नहीं प्रभ दीन दयाला, तेरी शरण पूरन कृपाला। तेरी शरण पूरन कृपाला, तेरी शरण पूरन कृपाला, तेरी शरण पूरन कृपाला। ਹਾਂਜੀ, ਇਹ ਸਨ ਭਾਈ ਨਿਰੰਜਨ ਸਿੰਘ ਜੀ ਜਵਾਦੀ ਕਲਾਂ ਵਾਲੇ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਭਗਤ ਰਾਮਾਨੰਦ ਜੀ ਤੇ ਭਗਤ ਜੈਦੇਵ ਜੀ ਦੇ ਜੀਵਨ ਤੇ ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਕੁਝ ਕੁ ਵਿਚਾਰਾਂ ਸੰਤ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੀਆਂ ਲਿਖੀਆਂ ਹੋਈਆਂ ਆਪ ਜੀ ਦੇ ਨਾਲ ਸਾਂਝੀਆਂ ਕੀਤੀਆਂ, ਤੇ ਸਾਨੂੰ ਵੀ ਸਤਿਗੁਰ ਜੀ ਬਖਸ਼ਿਸ਼ ਕਰਕੇ ਐਸੇ ਮਾਰਗ ਤੇ ਚੱਲਣ ਦਾ ਬਲ ਤੇ ਬੁੱਧ ਬਖਸ਼ਣ, ਉਦਮ ਬਖਸ਼ਣ। ਤੇ ਫਰਜ਼ ਸਾਡਾ ਹੈ ਕਿ ਅਸੀਂ ਕੋਸ਼ਿਸ਼ ਕਰੀਏ ਤੇ ਆਪਣੇ ਆਪ ਹੀ ਪਰਮਾਤਮਾ ਸਾਨੂੰ ਐਸਾ ਕੋਈ ਨਾ ਕੋਈ ਵਸੀਲਾ ਦਿੰਦਾ ਹੈ ਜਿਹਦੇ ਨਾਲ ਅਸੀਂ ਉਸ ਪਾਸੇ ਵੱਲ ਚੱਲ ਸਕਦੇ ਹਾਂ। ਤੇ ਇਹੀ ਅਰਦਾਸ ਹੈ। ਤੇ ਹੋਰ ਪ੍ਰੋਗਰਾਮ ਕਰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਕਿਉਂਕਿ ਜਿਹੜੀ ਬਾਣੀ ਹੈ ਉਸ ਨੂੰ ਪੜ੍ਹਨਾ ਕੋਈ ਸੌਖਾ ਕੰਮ ਨਹੀਂ ਹੈ। ਇਸ ਲਈ ਬਹੁਤ ਹੀ ਉੱਚੀ ਬੁੱਧ ਜਿਹੜੀ ਹੈ ਚਾਹੀਦੀ ਹੈ, ਤੇ ਅਸੀਂ ਕਲਯੁਗੀ ਜੀਵ ਹਮੇਸ਼ਾ ਹੀ ਗਲਤੀਆਂ ਕਰ ਜਾਂਦੇ ਹਾਂ। ਤੇ ਪ੍ਰਮਾਤਮਾ ਅੱਗੇ ਤੇ ਸਾਡੇ ਸਰੋਤਿਆਂ ਅੱਗੇ ਸਾਡੇ ਲਈ ਅਰਦਾਸ ਕਰਨ ਇਹੀ ਬੇਨਤੀ ਹੈ।
ਤੇ ਤਾਂ ਕਿ ਅਸੀਂ ਅੱਛੇ ਤਰੀਕੇ ਦੇ ਨਾਲ ਜਿਹੜਾ ਹੈ ਸੇਵਾ ਕਰ ਸਕੀਏ। ਵਾਹਿਗੁਰੂ ਨੇ ਅਗਰ ਸਵਾਸ ਬਖਸ਼ੇ ਤੇ ਅਗਲੇ ਐਤਵਾਰ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗਾ। ਤੇ ਅੱਜ ਇੱਥੇ ਹੀ ਅਸੀਂ ਆਪ ਤੋਂ ਵਿਦਾਇਗੀ ਲੈਂਦੇ ਹਾਂ। ਇੱਥੇ ਹੀ ਜਾਂਦੇ ਜਾਂਦੇ ਯਾਦ ਕਰਾ ਦਈਏ ਕਿ ਇਹ ਜਿਹੜਾ ਪ੍ਰੋਗਰਾਮ ਹੈ ਸਿੱਖ ਵਿਰਸਾ 9 ਵਜੇ ਤੋਂ ਲੈ ਕੇ 11 ਵਜੇ ਦੇ ਦਰਮਿਆਨ ਐਤਵਾਰ ਵਾਲੇ ਦਿਨ KRFM ਕੋਹਿਨੂਰ ਰੇਡੀਓ ਤੋਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕੀਤਾ ਜਾਂਦਾ ਹੈ। ਤੇ ਆਪ ਜੀ ਇਸ ਨੂੰ ਇੰਟਰਨੈਟ ਤੇ ਵੀ ਸੁਣ ਸਕਦੇ ਹੋ krfm.co.uk। ਤੇ ਇਸੇ ਤਰ੍ਹਾਂ ਜਿਹੜਾ ਹੈ ਰਿਕਾਰਡਡ ਪ੍ਰੋਗਰਾਮ ਜਿਹੜਾ ਹੈ ਉਹ KR@9 on Sunday ਜਿਹੜਾ ਹੈ ਇਸ ਚੈਨਲ ਦੇ ਉੱਤੇ YouTube ਦੇ ਆਪ ਜੀ ਜਿਹੜੇ ਪੁਰਾਣੇ ਪ੍ਰੋਗਰਾਮ ਨੇ ਉਹ ਸੁਣ ਸਕਦੇ ਹੋ, ਜਾਂ ਸਿੱਖ ਵਿਰਸਾ ਪ੍ਰੋਗਰਾਮ ਇਹਦੀ ਜਿਹੜੀ ਹੈ ਸਰਚ ਜਿਹੜਾ ਹੈ ਗੂਗਲ ਤੇ ਕੀਤਿਆਂ ਵੀ ਜਿਹੜਾ ਤੁਸੀਂ ਇਹ ਸੁਣ ਸਕਦੇ ਹੋ। ਤੇ ਇੱਥੇ ਹੀ ਆਪ ਤੋਂ ਵਿਦਾਇਗੀ ਲੈਂਦੇ ਹਾਂ ਜੀ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਅਗਲੇ ਸ਼ਬਦ ਦੇ ਦੂਜੇ ਪਾਰ ਅਸੀਂ ਆਪ ਜੀ ਨੂੰ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ।